ਕਿੰਨਾ ਕੁ ਤੁਹਾਡੇ ਲਈ ਮੁਸ਼ਕਿਲ ਭਰਿਆ ਸਫ਼ਰ ਰਿਹਾ ਇਸ ਕੁਰਸੀ ਤੱਕ ਪਹੁੰਚਦੇ 12 ਸਾਲ ਦੀ ਸਟਰਗਲ ਔਨ ਡੇਲੀ ਬੇਸਿਸ ਹੈਗੀ। ਓਵਰਨਾਈਟ ਨਹੀਂ ਕੁਝ ਹੋਇਆ। ਕਈ ਵਾਰੀ 24 ਘੰਟੇ ਬੜੇ ਘੱਟ ਪੈ ਜਾਂਦੇ ਨੇ ਦਿਨ ਵਿੱਚ। ਇਟਸ ਅ ਥੈਂਕਲੈਸ ਜੌਬ। ਸਿਟੀ ਕਾਉਂਸਲ ਮੈਂਬਰ ਦਾ ਮੁੱਖ ਕੰਮ ਕੀ ਰਹਿੰਦਾ ਹੈ? ਬਜਟਿੰਗ। 17-18 ਡਿਪਾਰਟਮੈਂਟਸ ਨੇ, ਸਾਰਾ ਕੁਝ ਅਪਰੂਵ ਸਿਟੀ ਕਾਉਂਸਲ ਵੱਲੋਂ ਹੀ ਹੋਣਾ। ਇਟ ਇਜ਼ ਅ ਚੈਲੰਜਿੰਗ ਜੌਬ। ਸਿੱਖ ਆਰਟ ਗੈਲਰੀ ਨੂੰ ਬਣਾਉਣ ਦੇ ਪਿੱਛੇ ਮਕਸਦ ਕੀ ਸੀ? ਸਿੱਖਾਂ ਨੂੰ ਵੀ ਇਗਨੋਰ ਨਾ ਕੀਤਾ ਜਾਏ, ਸਿੱਖਾਂ ਬਾਰੇ ਵੀ ਸਕੂਲਾਂ ਵਿੱਚ ਪੜਾਇਆ ਜਾਏ, ਦਸਤਾਰ ਬਾਰੇ ਲਿਖਿਆ ਜਾਏ, ਪੰਜ ਕਕਾਰਾਂ ਬਾਰੇ ਦੱਸਣਾ ਚਾਹੀਦਾ, ਸਿੱਖੀਜ਼ਮ ਓਰੀਜਿਨੇਟ ਪੰਜਾਬ ਤੋਂ ਹੋਇਆ ਇਹਦੇ ਬਾਰੇ ਦੱਸਣਾ ਚਾਹੀਦਾ, ਸਿੱਖ ਜੈਨੋਸਾਈਡ ਦਾ ਵੀ ਵਿਸ਼ਾ ਉਹ ਇਹਦੇ ਵਿੱਚ ਹਿੱਸਾ ਬਣੇਗਾ। ਕਿੰਨਾ ਲੋਕਾਂ ਦਾ ਭਰਵਾਂ ਹੁੰਗਾਰਾ ਇੱਥੇ ਮਿਲਿਆ। ਡਿਫਰੈਂਟ ਪੋਲੀਟੀਸ਼ੀਅਨਸ ਇੱਥੇ ਆਏ, ਸਕੂਲਾਂ ਦੇ ਬੱਚੇ ਵੀ ਇੱਥੇ ਆਏ। 538 ਲੋਕ ਇਹਨੂੰ ਵਿਜ਼ਿਟ ਕਰ ਚੁੱਕੇ ਨੇ। ਕਮਿਊਨਿਟੀ ਰੂਮ ਵੀ ਬਣਾਇਆ, ਹਜ਼ਾਰਾਂ ਲੋਕ ਹੀ ਯੂਜ਼ ਕਰ ਚੁੱਕੇ ਨੇ। ਹੁਣ ਤੱਕ ਕੋਈ ਉਹਨਾਂ ਨੂੰ ਚਾਰਜ ਨਹੀਂ ਕਰੀਦਾ। ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੀ ਸਿੱਖ ਆਰਟ ਗੈਲਰੀ ਕਾਫੀ ਹੈ? ਬਿਲਬੋਰਡਸ ਦੇ ਕੈਂਪੇਨ ਅਸੀਂ ਐਵਰੀ ਈਅਰ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਕਰੀਦਾ। ਅਸੀਂ #ਦਸਤਾਰ, #ਕਿਰਪਾਨ, ਮਿਲੀਅਨਸ ਆਫ ਲੋਕਾਂ ਨੇ ਉਹਨੂੰ ਦੇਖਿਆ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਹਮੇਸ਼ਾ ਦੀ ਤਰ੍ਹਾਂ ਇੱਕ ਵਾਰ ਫਿਰ ਪ੍ਰੋਗਰਾਮ ਸਿੱਖ ਹਾਫਰਾ ਲੈ ਕੇ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਦੇ ਰੂਬਰੂ ਮੈਂ ਭਲਿੰਦਰ ਸਿੰਘ ਵਿਰਮਾਨੀ। ਔਰ ਅੱਜ ਮੈਂ ਪਹੁੰਚਿਆ ਹੋਇਆ ਕਨੈਕਟਿਕਟ। ਜੀ ਹਾਂ, USA ਇੱਕ ਬਹੁਤ ਹੀ ਸੋਹਣਾ ਸੂਬਾ ਹੈਗਾ ਕਨੈਕਟਿਕਟ। ਉਹਦਾ ਇੱਕ ਬਹੁਤ ਹੀ ਸੋਹਣਾ ਸ਼ਹਿਰ ਨਾਰਵਿਚ ਵਿੱਚ ਅੱਜ ਮੈਂ ਮੌਜੂਦ ਹਾਂ। ਔਰ ਸਾਡੇ ਨਾਲ ਅੱਜ ਹਮੇਸ਼ਾ ਦੀ ਤਰ੍ਹਾਂ ਇੱਕ ਖਾਸ ਸ਼ਖਸੀਅਤ ਮੌਜੂਦ ਨੇ, ਸਰਦਾਰ ਸਵਰਨਜੀਤ ਸਿੰਘ ਖਾਲਸਾ ਜੀ। ਖਾਲਸਾ ਜੀ, ਬਹੁਤ ਬਹੁਤ ਸਵਾਗਤ ਜੀ ਔਰ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਸਾਰੇ ਵੀ ਚੈਨਲ ਦੇ ਜਿਹੜੇ ਤੁਹਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਅਸੀਂ ਫਤਿਹ ਵੀ ਬੁਲਾਉਂਦੇ ਹਾਂ ਤੇ ਅਸੀਂ ਚਾਹਾਂਗੇ ਵੀ ਚੈਨਲ ਹੋਰ ਬੁਲੰਦੀਆਂ ਤੇ ਜਾਵੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਪਰ ਅੱਜ ਸਾਡੇ ਨਾਲ ਸਰਦਾਰ ਸਵਰਨਜੀਤ ਸਿੰਘ ਖਾਲਸਾ ਜੀ ਕਿਉਂ ਨੇ? ਕਿਉਂਕਿ ਜਿਸ ਸ਼ਹਿਰ ਵਿੱਚ ਅਸੀਂ ਬੈਠੇ ਹਾਂ ਕਨੈਕਟਿਕਟ ਤੇ, ਨਾਰਵਿਚ ਸ਼ਹਿਰ ਦੇ ਸਿਟੀ ਕਾਉਂਸਲ ਮੈਂਬਰ ਦੇ ਤੌਰ ਤੇ ਇੱਕ ਦਸਤਾਰਧਾਰੀ ਜਦੋਂ ਸਿੱਖ ਬਣ ਕੇ ਸਾਹਮਣੇ ਆਉਂਦਾ ਹੈ ਸਿਟੀ ਕਾਉਂਸਲ ਮੈਂਬਰ, ਤਾਂ ਜਿਹੜਾ ਮਾਣ ਹੈ ਉਹ ਹੋਰ ਵੀ ਵੱਧ ਜਾਂਦਾ ਹੈ। ਇਸ ਕਰਕੇ ਅਸੀਂ ਇਹਨਾਂ ਨੂੰ ਬਣਾਇਆ ਅੱਜ ਸਿੱਖ ਹਾਈ ਫਲਾਇਰ। ਤਾਂ ਸਭ ਤੋਂ ਪਹਿਲਾਂ ਤਾਂ ਖਾਲਸਾ ਸਾਹਿਬ ਬਹੁਤ ਬਹੁਤ ਮੁਬਾਰਕਾਂ। ਤੁਸੀਂ ਸਿਟੀ ਕਾਉਂਸਲ ਮੈਂਬਰ ਦੀ ਇੱਕ ਪੋਸਟ ਦੀ ਐਸੀ ਕੁਰਸੀ ਤੇ ਬੈਠੇ ਹੋ ਜਿੱਥੇ ਬਹੁਤ ਲੋਕੀ ਸੋਚਦੇ ਨੇ ਕਿ ਅਸੀਂ ਇਸ ਕੁਰਸੀ ਤੇ ਬੈਠਣਾ, ਲੇਕਿਨ ਕਿਤੇ ਨਾ ਕਿਤੇ ਹਿੰਮਤ ਹਾਰ ਜਾਂਦੀ ਹੈ ਜਦੋਂ ਵੋਟਾਂ ਨਹੀਂ ਪੈਂਦੀਆਂ, ਫਿਰ ਸਪੋਰਟ ਨਹੀਂ ਮਿਲਦੀ। ਕਿੰਨਾ ਕੁ ਤੁਹਾਡੇ ਲਈ ਮੁਸ਼ਕਿਲ ਭਰਿਆ ਸਫ਼ਰ ਰਿਹਾ ਇਸ ਕੁਰਸੀ ਤੱਕ ਪਹੁੰਚਦੇ? ਸੋ ਗੱਲ ਹੈ ਵੀ ਸਫ਼ਰ ਤੇ ਇਹਦੇ ਕਈ ਮਾਇਨੇ ਨੇ, ਕਿਉਂਕਿ ਪਹਿਲੀ ਗੱਲ ਤਾਂ ਮੈਂ ਕਦੀ ਇਸ ਭਾਵਨਾ ਦੇ ਨਾਲ ਕੰਮ ਨਹੀਂ ਕੀਤਾ ਵੀ ਮੈਂ ਕਿਸੇ ਕੁਰਸੀ ਤੇ ਬਹਿਣਾ। ਸੋ ਪਰ 12 ਸਾਲ ਦੀ ਸਟਰਗਲ ਔਨ ਡੇਲੀ ਬੇਸਿਸ ਹੈਗੀ ਹੈ ਤੇ ਐਵਰੀ ਡੇ ਹੀ ਅਸੀਂ ਸ਼ਹਿਰ ਦੇ ਵਿੱਚ ਉਵੇਂ ਹੀ ਵਿਚਰੀਦਾ, ਭਾਵੇਂ ਅਸੀਂ ਐਜ਼ ਅ ਨਾਰਮਲ ਸਿਟੀਜ਼ਨ ਹੋਈਏ ਜਾਂ ਬੋਰਡ ਆਫ ਐਜੂਕੇਸ਼ਨ ਮੈਂਬਰ ਹੋਈਏ ਜਾਂ ਕਮਿਸ਼ਨ ਆਫ ਸਿਟੀ ਪਲਾਨ ਦੇ ਵਿੱਚ ਵੀ ਮੈਂ 6 ਸਾਲ ਸੇਵਾ ਨਿਭਾਈ ਹੈ ਜੀ, ਤੇ ਹੁਣ ਸਿਟੀ ਕਾਉਂਸਲ ਵਿੱਚ ਵੀ। ਪਰ ਐਵਰੀ ਡੇ ਜਿਹੜਾ ਤੁਹਾਨੂੰ ਕੁਛ ਨਾ ਕੁਛ ਕਰਨਾ ਪੈਂਦਾ, ਜਿਹੜਾ ਕਿ ਸਾਡਾ ਸਾਰਿਆਂ ਦਾ ਫਰਜ਼ ਵੀ ਐਜ਼ ਅ ਸਿੱਖ ਵੀ ਅਸੀਂ ਕੰਟਰੀਬਿਊਟ ਕਰੀਏ ਉਸ ਕਮਿਊਨਿਟੀ ਨੂੰ ਜਿੱਥੇ ਅਸੀਂ ਰਹਿੰਦੇ ਹਾਂ। ਸੋ ਜਿਹੜਾ ਕਹਿ ਲਓ ਵੀ ਇੱਕ ਗੂੜਾ ਰਿਸ਼ਤਾ ਵਿਦਿਨ ਦ ਕਮਿਊਨਿਟੀ ਜਿਹੜਾ ਮੇਰਾ ਬਣਿਆ। ਇੱਥੇ ਜ਼ਿਆਦਾ ਸਿੱਖ ਪਾਪੂਲੇਸ਼ਨ ਵੀ ਨਹੀਂ ਹੈਗੀ ਤੇ ਉਹਦੇ ਕਰਕੇ ਹੀ ਅੱਜ ਕਹਿ ਲਓ ਵੀ ਸੈਕਿੰਡ ਹਾਈਐਸਟ ਵੋਟਿੰਗ ਵੀ ਮੈਨੂੰ ਪਈ ਹੈ ਸਿਟੀ ਕਾਉਂਸਲ ਦੇ ਵਿੱਚ ਜੀ। ਸੋ ਇਹਦੇ ਬੜੇ ਮਾਇਨੇ ਨੇ। ਬਿਲਕੁਲ ਤੇ ਪਰ ਇਹ ਹੈਗਾ ਵੀ ਐਵਰੀ ਡੇ ਹੀ ਤੁਹਾਨੂੰ ਇਨਵੋਲਵ ਰਹਿਣਾ ਪੈਂਦਾ। ਐਵਰੀ ਡੇ ਦਾ ਜਿਹੜਾ ਹਾਰਡ ਵਰਕ ਹੈ ਪਿਛਲੇ 12 ਸਾਲਾਂ ਦਾ, ਸੋ ਇਹ ਉਹਦੇ ਨਤੀਜੇ ਨੇ। ਇਹ ਓਵਰਨਾਈਟ ਨਹੀਂ ਕੁਝ ਹੋਇਆ। ਠੀਕ ਹੈ। ਸਿਟੀ ਕਾਉਂਸਲ ਮੈਂਬਰ ਦਾ ਇੱਕ ਮੁੱਖ ਕੰਮ ਕੀ ਰਹਿੰਦਾ? ਦੇਖੋ, ਐਜ਼ ਅ ਸਿਟੀ ਕਾਉਂਸਲ ਮੈਂਬਰ ਤੁਹਾਡੀਆਂ ਕਈ ਡਿਊਟੀਜ਼ ਨੇ। ਇੱਕ ਤਾਂ ਆਪਣੇ ਸਿਟੀਜ਼ਨਸ ਦੇ ਪ੍ਰਤੀ ਉਹਨਾਂ ਦੇ ਰੋਜ਼ਮਰਾ ਦੇ ਜਿਹੜੀਆਂ ਕੋਈ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਉਹ ਵੀ ਤੁਹਾਨੂੰ ਸੁਣਨੀਆਂ ਪੈਂਦੀਆਂ, ਉਹਨਾਂ ਦੇ ਹੱਲ ਵੀ ਕਰਨੇ ਪੈਣਗੇ। ਪਰ ਜਿਹੜਾ ਸਭ ਤੋਂ ਮੇਜਰ ਟਾਸਕ ਹੈਗਾ ਉਹ ਹੈਗਾ ਬਜਟਿੰਗ। ਤੇ ਆਲਮੋਸਟ $150 ਮਿਲੀਅਨ ਦਾ ਐਨੂਅਲ ਬਜਟ ਹੈਗਾ ਸਾਡੀ ਸਿਟੀ ਦਾ, ਵਿੱਚ ਆਲਮੋਸਟ $85 ਮਿਲੀਅਨ ਦਾ ਬਜਟ ਹੈਗਾ ਬੋਰਡ ਆਫ ਐਜੂਕੇਸ਼ਨ ਦਾ। ਸੋ ਉਹਦੇ ਵਿੱਚ ਘੱਟੋ ਘੱਟ ਨਹੀਂ ਤੇ 17-18 ਡਿਪਾਰਟਮੈਂਟਸ ਨੇ। ਪਬਲਿਕ ਵਰਕ ਡਿਪਾਰਟਮੈਂਟ ਹੈ, ਕੈਪੀਟਲ ਇੰਪਰੂਵਮੈਂਟ ਡਿਪਾਰਟਮੈਂਟ ਹੈ, ਮੋਨੂਮੈਂਟ ਕਮੇਟੀ ਹੈ, ਪਬਲਿਕ ਸੇਫਟੀ ਕਮੇਟੀ ਹੈ। ਸੋ ਇਸੇ ਤਰ੍ਹਾਂ ਹਾਰਬਰ ਕਮਿਸ਼ਨ, ਉਹ ਸਾਰਿਆਂ ਦੀ ਵਰਕਿੰਗ ਨੂੰ ਓਵਰਸਾਈਟ ਕਰਨਾ ਜੀ, ਕਿਉਂਕਿ ਸਾਰਾ ਕੁਝ ਅਪਰੂਵ ਸਿਟੀ ਕਾਉਂਸਲ ਵੱਲੋਂ ਹੀ ਹੋਣਾ ਐਟ ਦੀ ਐਂਡ ਆਫ ਦ ਡੇ। ਬਿਲਕੁਲ ਬਿਲਕੁਲ। ਸੋ ਬਿਲਡਿੰਗ ਡਿਪਾਰਟਮੈਂਟ ਹੈ,
ਇਨਵੈਸਟਰਸ ਨੂੰ ਮਿਲਣਾ, ਉਹਨਾਂ ਨਾਲ ਗੱਲਬਾਤ ਕਰਨੀ, ਉਹਨਾਂ ਨੂੰ ਬੁਲਾਣਾ, ਆਪਣੇ ਸ਼ਹਿਰ ਇਨਵਾਈਟ ਕਰਨਾ। ਸੋ ਇਟਸ lot of involvement on daily basis ਤੇ ਬਟ ਆਈ ਥਿੰਕ ਲੋਕੀ ਸਾਡੇ ਤੋਂ ਐਕਸਪੈਕਟ ਕਰਦੇ ਨੇ ਵੀ ਸਾਡੇ ਟੈਕਸਿਸ ਨਾ ਵਧਣ, ਪ੍ਰੋਪਰਟੀ ਟੈਕਸਿਸ ਉਹ ਇੱਕ ਬੜਾ ਵੱਡਾ ਚੈਲੰਜ ਹੈ ਜੀ। ਜਦੋਂ ਤੁਹਾਡੇ ਏਡੇ ਖਰਚੇ ਨੇ, ਤੁਸੀਂ ਐਜ਼ ਅ ਸਿਟੀ ਪੂਰੀ ਰਨ ਕਰਨੀ ਹੈ, ਤੁਸੀਂ ਫੈਸਿਲਿਟੀਆਂ ਵੀ ਲੋਕਾਂ ਨੂੰ ਦੇਣੀਆਂ, ਸੋ ਇਟ ਇਜ਼ ਅ ਚੈਲੰਜਿੰਗ ਜੌਬ। ਤੇ ਜਿਹੜੇ ਮੇਰੇ ਕੋਈ ਵੀਰ ਭੈਣ ਭਰਾ ਆਪਣੀ ਸਿਟੀ ਵਿੱਚ ਸਰਵ ਵੀ ਕਰ ਰਹੇ ਨੇ ਜਾਂ ਐਜ਼ ਅ ਮੇਅਰ ਜਾਂ ਕਿਸੇ ਵੀ ਪਬਲਿਕ ਸਰਵਿਸ ਦੀ ਪੋਜੀਸ਼ਨ ਤੇ ਬੈਠੇ ਨੇ, ਉਹ ਅਸੀਂ ਅਕਸਰ ਕਹਿੰਦੇ ਆ ਵੀ ਇਟਸ ਅ ਥੈਂਕਲੈਸ ਜੌਬ ਤੇ ਵੀ ਡੋਂਟ ਇਵਨ ਗੈਟ ਪੇਡ ਫॉर ਇਟ। ਸੋ ਇਹ ਸਾਰਾ ਵਲੰਟੀਅਰ ਇੱਕ ਕਹਿ ਲਓ ਵੀ ਅਸੀਂ ਜਿੱਥੇ ਅਸੀਂ ਰਹਿੰਦੇ ਆ ਉਸ ਸਮਾਜ ਨੂੰ ਅਸੀਂ ਵਧੀਆ ਬਣਾਉਣ ਦੇ ਲਈ ਅਸੀਂ ਇਹਨਾਂ ਖੇਤਰਾਂ ਦੇ ਵਿੱਚ ਆਉਂਦੇ ਆ। ਠੀਕ ਹੈ, ਤੁਸੀਂ ਕੰਸਟਰਕਸ਼ਨ ਦੇ ਕੰਮ ਵਿੱਚ ਵੀ ਹੋ, ਐਂਟਰਪ੍ਰੀਨਿਓਰ ਵੀ ਹੋ, ਉਸ ਤੋਂ ਇਲਾਵਾ ਰੀਅਲ ਏਸਟੇਟ ਦੇ ਕੰਮ ਵਿੱਚ ਵੀ ਹੋ, ਤੇ ਹੁਣ ਤੁਸੀਂ ਸਿਟੀ ਕਾਉਂਸਲ ਮੈਂਬਰ ਵੀ ਹੋ। ਆਪਣੇ ਕੰਮ ਨੂੰ, ਆਪਣੇ ਘਰ ਨੂੰ, ਫਿਰ ਇੱਕ ਸਿਟੀ ਕਾਉਂਸਲ ਦੇ ਮੈਂਬਰ ਵਜੋਂ ਜਿਹੜੀਆਂ ਸੇਵਾਵਾਂ ਹੁੰਦੀਆਂ, ਕਿਸ ਤਰ੍ਹਾਂ ਇਸ ਨੂੰ ਬੈਲੈਂਸ ਕਰਕੇ ਚੱਲਦੇ ਹੋ? ਆਈ ਥਿੰਕ ਟਾਈਮ ਮੈਨੇਜਮੈਂਟ ਦੇ ਨਾਲ ਰੋਜ਼ ਸਟਰਗਲ ਕਰਨੀ ਪੈਂਦੀ ਹੈ, ਕਿਉਂਕਿ ਸਵੇਰੇ ਤੁਸੀਂ ਉੱਠਦੇ ਹੋ, ਤੁਸੀਂ ਆਪਣੇ ਕਾਰੋਬਾਰ ਵੀ ਦੇਖਣੇ ਨੇ, ਬਿਲਕੁਲ, ਪਰ ਤੁਸੀਂ ਸਿਟੀ ਦੇ ਜਿਹੜੇ ਹੈਗੇ ਆ ਮਸਲੇ ਉਹਨਾਂ ਨੂੰ ਵੀ ਇਗਨੋਰ ਨਹੀਂ ਕਰ ਸਕਦੇ, ਬਿਲਕੁਲ। ਤੇ ਇਹ ਸਾਰਾ ਕੁਝ ਸਾਈਮਲਟੇਨੀਅਸਲੀ ਹੀ ਚੱਲਦਾ, ਬਟ ਇਹ ਟਾਈਮ ਮੈਨੇਜਮੈਂਟ ਕਰਨੀ ਪੈਂਦੀ ਹੈ। ਹੁਣ ਅੱਜ ਤੁਸੀਂ ਆਏ ਹੋ, ਅਸੀਂ ਤੁਹਾਨੂੰ ਵੀ ਸਾਰਾ ਸ਼ਹਿਰ ਘੁਮਾਵਾਂਗੇ, ਠੀਕ ਹੈ ਨਾ। ਫਿਰ ਮੇਰੀਆਂ ਮੀਟਿੰਗਸ ਵੀ ਨੇ, ਉਹ ਵੀ ਅਟੈਂਡ ਕਰਨੀਆਂ, ਤੇ ਸਵੇਰੇ ਮੈਂ ਆਪਣਾ ਕੰਮ ਵੀ ਕਰਕੇ ਆਇਆ ਜਿਹੜਾ ਮੇਰਾ ਬਿਜ਼ਨਸ ਹੈ ਜੀ। ਸੋ ਇਹ ਸਾਰਾ ਸਾਈਮਲਟੇਨੀਅਸ ਹੀ ਚੱਲਦਾ। ਸੋ ਕਈ ਵਾਰੀ 24 ਘੰਟੇ ਬੜੇ ਘੱਟ ਪੈ ਜਾਂਦੇ ਨੇ ਦਿਨ 'ਚ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਫੈਮਿਲੀ ਨੂੰ ਟਾਈਮ ਦੇ ਪਾਉਂਦੇ ਹੋ? ਬਿਲਕੁਲ, ਪਰ ਆਫ ਕੋਰਸ ਸ਼ਿਕਾਇਤਾਂ ਵੀ ਰਹਿੰਦੀਆਂ ਨੇ। ਸ਼ਿਕਾਇਤਾਂ ਰਹਿੰਦੀਆਂ ਜ਼ਿਆਦਾ, ਮੈਨੂੰ ਲੱਗਦਾ ਕਿ ਮਿਸਿਸ ਦੀਆਂ ਜਿਹੜੀਆਂ ਹੋਮ ਮਿਨਿਸਟਰ ਹੈ ਘਰ ਦੀ, ਉਹਨੂੰ ਜ਼ਿਆਦਾ ਸ਼ਿਕਾਇਤਾਂ ਹੋਣਗੀਆਂ। ਸ਼ਿਕਾਇਤਾਂ ਵੀ ਰਹਿੰਦੀਆਂ ਨੇ, ਬਟ ਥੋੜੀ ਅੰਡਰਸਟੈਂਡਿੰਗ ਵੀ ਡੇ ਬਾਏ ਡੇ ਵੱਧਦੀ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਅਸੀਂ ਕੋਈ ਜਿਹੜਾ ਅਸੀਂ ਪਬਲਿਕ ਸਰਵਿਸ ਕਰ ਰਹੇ ਹਾਂ ਜੀ, ਇਹਦੇ ਵਿੱਚ ਸਾਰਿਆਂ ਦੀ ਹੀ ਭਲਾਈ ਹੈ ਅਸੀਂ ਕਰ ਰਹੇ ਹਾਂ। ਬਿਲਕੁਲ, ਸੋ ਜਿਹੜੀ ਅੰਡਰਸਟੈਂਡਿੰਗ ਦਾ ਲੈਵਲ ਹੈ ਹੌਲੀ ਹੌਲੀ ਗੇਨ ਹੁੰਦਾ। ਬਿਲਕੁਲ। ਇੱਕ ਮੈਂ ਹੋਰ ਤੁਹਾਨੂੰ ਅਸੀਂ ਮੁਬਾਰਕਬਾਦ ਦੇਣਾ ਚਾਹਾਂਗੇ, ਕਿਉਂਕਿ ਅਸੀਂ ਜਦੋਂ ਕਨੈਕਟੀਕਟ ਪਹੁੰਚੇ ਤਾਂ ਅਸੀਂ ਇੱਥੇ ਦੇਖਿਆ ਆ ਕੇ ਕਿ ਇੱਕ ਬਹੁਤ ਹੀ ਸੋਹਣੀ ਵਿਸ਼ਾਲ ਬਿਲਡਿੰਗ ਇਹਨਾਂ ਨੇ ਬਣਾਈ ਹੋਈ ਹੈ, ਔਰ ਉਸ ਦੇ ਬਾਹਰ ਲਿਖਿਆ ਹੋਇਆ ਸਿੱਖ ਆਰਟ ਗੈਲਰੀ। ਸਿੱਖ ਆਰਟ ਗੈਲਰੀ ਨੂੰ ਬਣਾਉਣ ਦੇ ਪਿੱਛੇ ਮਕਸਦ ਕੀ ਸੀ, ਔਰ ਇਹ ਕਦੋਂ ਹਮਲਾ ਤੁਸੀਂ ਸ਼ੁਰੂ ਕੀਤਾ ਹੈ, ਔਰ ਕਦੋਂ ਸੋਚ ਆਈ ਕਿ ਨਹੀਂ ਇਸ ਤਰ੍ਹਾਂ ਦਾ ਕਨੈਕਟੀਕਟ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਇੱਕ ਇਮਾਰਤ ਹੋਣੀ ਚਾਹੀਦੀ ਹੈ ਜਿਸ ਦਾ ਨਾਮ ਹੋਣਾ ਚਾਹੀਦਾ ਸਿੱਖ ਆਰਟ ਗੈਲਰੀ? ਹਾਂਜੀ, ਗੁੱਡ ਕੁਐਸਚਨ ਹੈ ਜੀ ਤੁਹਾਡਾ। ਦੇਖੋ, ਇਹਦੀ ਟ੍ਰਿਗਰਿੰਗ ਪੁਆਇੰਟ ਤਾਂ ਸੀ 2019 ਦੇ ਵਿੱਚ, ਜਦੋਂ ਕਿ ਮੈਨੂੰ ਇੱਕ ਬੜਾ ਮਹਿਸੂਸ ਹੋਇਆ ਵੀ ਸਿੱਖਾਂ ਦੇ ਕੋਲ ਆਪਣੀ ਇੱਕ ਇਹੋ ਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਸਿੱਖ ਨੈਰੇਟਿਵ ਨੂੰ ਪੇਸ਼ ਕੀਤਾ ਜਾ ਸਕੇ। ਠੀਕ ਹੈ। ਜਿੱਥੇ ਸਿੱਖਾਂ ਦੀ ਹਿਸਟਰੀ ਨੂੰ ਪੇਸ਼ ਕੀਤਾ ਜਾ ਸਕੇ, ਜਿੱਥੇ ਸਾਡੇ ਆਪਣੇ ਵੀ ਲੋਕ ਆਣ, ਪਰ ਜਿੱਥੇ ਅਮਰੀਕਨਸ ਵੀ ਐਜ਼ ਅ ਰੀਸੋਰਸ ਸੈਂਟਰ ਇਹਨੂੰ ਯੂਜ਼ ਕਰਨ। ਤੇ ਹੁਣ ਡਿਫਰੈਂਟ ਪ੍ਰੋਫੈਸਰ ਸਾਡੇ ਕੋਲ ਆਉਂਦੇ ਨੇ, ਸਟੇਟ ਸਾਡਾ ਕਰਿਕੂਲਮ ਦੇ ਉੱਤੇ ਵਰਕ ਕਰ ਰਿਹਾ ਹੈ, AAPI ਕਰਿਕੂਲਮ, ਏਸ਼ੀਅਨ ਅਮਰੀਕਨ ਐਂਡ ਪੈਸੀਫਿਕ ਆਈਲੈਂਡਰ ਦੇ ਉੱਤੇ, ਤੇ ਸਕੂਲਾਂ ਦੇ ਵਿੱਚ ਉਹ ਕਰਿਕੂਲਮ ਜਾਰੀ ਹੋਣਾ ਜੀ। ਸੋ ਸਾਡੀ ਕੋਸ਼ਿਸ਼ ਹੈ ਵੀ ਸਿੱਖਾਂ ਨੂੰ ਵੀ ਇਗਨੋਰ ਨਾ ਕੀਤਾ ਜਾਏ, ਕਿਉਂਕਿ ਸਾਡਾ ਵੀ ਜਿਹੜਾ ਪੰਜਾਬ ਦਾ ਖਿੱਤਾ ਸਾਊਥ ਏਸ਼ੀਆ 'ਚ ਹੀ ਆਉਂਦਾ। ਸੋ ਅਸੀਂ ਚਾਹੁੰਦੇ ਹਾਂ ਵੀ ਸਿੱਖਾਂ ਨੂੰ ਵੀ ਉਹਦਾ ਪਾਰਟ ਬਣਾਇਆ ਜਾਏ ਕਰਿਕੂਲਮ ਦਾ, ਸਿੱਖਾਂ ਬਾਰੇ ਵੀ ਸਕੂਲਾਂ ਵਿੱਚ ਪੜ੍ਹਾਇਆ ਜਾਏ। ਠੀਕ ਹੈ। ਸੋ ਉਹਦੇ ਉੱਤੇ ਵੀ ਇੱਕ ਸਾਡਾ ਕੰਮ ਚੱਲ ਰਿਹਾ, ਪਰ ਇਹ ਹੈ ਵੀ ਜੇ ਸਾਡੇ ਕੋਲ ਇਹੋ ਜਿਹਾ ਕੋਈ ਪਲੇਟਫਾਰਮ ਹੋਏਗਾ ਵੇਅਰ ਵੀ ਪੀਪਲ ਕੈਨ ਕਮ, ਠੀਕ ਹੈ ਨਾ, ਦੇ ਕੈਨ ਵਾਕ, ਦੇ ਕੈਨ ਟਾਕ, ਦੇ ਕੈਨ ਲਰਨ। ਸੋ ਜਿਹੜਾ ਐਕਸਪੀਰੀਅੰਸ ਸੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਨਹੀਂ ਮਿਲ ਪਾਉਂਦਾ, ਕਿਉਂਕਿ ਉੱਥੇ ਇੱਕ ਆਫ ਕੋਰਸ ਤੁਸੀਂ ਰਹਿਤ ਮਰਿਆਦਾ ਫੋਲੋ ਕਰਨੀ ਹੈ, ਇੱਕ ਡੈਕੋਰਮ ਦੇ ਵਿੱਚ ਰਹਿਣਾ ਹੈ। ਬਿਲਕੁਲ। ਪਰ ਜਿਹੜੀ ਗੁਰਦੁਆਰਾ ਸਾਹਿਬ ਦੀ ਇੰਪੋਰਟੈਂਸ ਹੈ ਉਹ ਵੀ ਉਹਨੂੰ ਕੋਈ ਇਗਨੋਰ ਨਹੀਂ ਕਰ ਸਕਦਾ, ਉਹਦੀ ਆਪਣੀ ਇੰਪੋਰਟੈਂਸ ਹੈ। ਬਿਲਕੁਲ। ਪਰ ਜਿਹੜੀ ਇੱਕ ਇਦਾਂ ਦੇ ਐਜੂਕੇਸ਼ਨਲ ਸੈਂਟਰਸ ਬਣਾਉਣੇ, ਉਹਨਾਂ ਦੀ ਇਸ ਟਾਈਮ ਬੜੀ ਵੱਡੀ ਲੋੜ ਹੈ ਅਮਰੀਕਾ ਦੇ ਵਿੱਚ ਸਾਨੂੰ, ਜਿੱਥੇ ਅਸੀਂ ਕਰਿਕੂਲਮ ਦੀ ਗੱਲ ਕੀਤੀ ਹੈ। ਕੀ ਕਰਿਕੂਲਮ ਆਉਣ ਵਾਲੇ ਸਿਲੇਬਸ ਵਿੱਚ ਸ਼ਾਮਿਲ ਹੋ ਜਾਏਗਾ ਜਾਂ ਹਾਲੇ ਤੱਕ ਸਿਰਫ ਇਹ ਹਾਲੇ ਕਿਤਾਬੀ ਪੇਪਰ ਵਰਕ ਹੀ ਚੱਲ ਰਿਹਾ? ਸਾਨੂੰ ਪੂਰੀ ਉਮੀਦ ਹੈ ਵੀ ਵਿੱਚ ਪੋਜ਼ਿਟਿਵ ਰਿਜ਼ਲਟ ਆਉਣਗੇ। ਈਵਨ ਕਿ ਜਿਹੜਾ ਸਿਟੀ ਆਫ ਨਾਰਵਿਚ ਦਾ ਸਕੂਲ ਬੋਰਡ ਹੈ, ਉਹਨੇ ਆਲਰੇਡੀ ਸਿੱਖਾਂ ਬਾਰੇ ਲਿਖਣਾ ਸ਼ੁਰੂ ਕਰਤਾ ਕਰਿਕੂਲਮ ਦੇ ਵਿੱਚ। ਈਵਨ ਕਿ 1984 ਸਿੱਖ ਜੈਨੋਸਾਈਡ ਦਾ ਵੀ ਵਿਸ਼ਾ ਉਹ ਇਹਦੇ ਵਿੱਚ ਹਿੱਸਾ ਬਣੇਗਾ। ਕਰਿਕੂਲਮ ਤੁਸੀਂ ਕਹਿ ਰਹੇ ਹੋ ਕਿ ਸਿਰਫ ਇੱਕ ਚੈਪਟਰ ਹੋਏਗਾ ਕਿ ਸਿੱਖ ਕੌਣ ਨੇ, ਜਾਂ ਫਿਰ ਚੈਪਟਰਸ ਦੀ ਪੂਰੀ ਸੀਰੀਜ਼ ਹੋਏਗੀ? ਸੋ ਇਹ ਤਾਂ ਐਜੂਕੇਟਰਸ ਡਿਸਾਈਡ ਕਰਨਗੇ। ਅਸੀਂ ਉਹਨਾਂ ਨੂੰ ਸਾਰੇ ਐਸਪੈਕਟਸ ਨਾਲ ਅਵੇਅਰ ਕਰਾ ਰਹੇ ਹਾਂ ਬਈ ਸਿੱਖਾਂ ਦੀ ਹਿਸਟਰੀ ਕੀ ਹੈ, ਪੁਰਾਤਨ ਹਿਸਟਰੀ ਕੀ ਹੈ ਜੀ, ਸਿੱਖਾਂ ਦੀ ਰੀਸੈਂਟ ਹਿਸਟਰੀ ਕੀ ਹੈ, ਸਿੱਖ ਅਮਰੀਕਾ ਕਦੋਂ ਆਏ,
ਕਿਨ ਹਾਲਾਤਾਂ 'ਚ ਆਏ, ਕਿਉਂ ਆਏ, ਇੱਥੇ ਉਹਨਾਂ ਨੇ ਅਸਾਈਲਮਾਂ ਕਿਉਂ ਲਈਆਂ ਜੀ, ਠੀਕ ਹੈ। ਹੁਣ ਸਾਨੂੰ ਹੇਟ ਕ੍ਰਾਈਮਸ ਦੀ ਪ੍ਰੋਬਲਮ ਆ ਰਹੀ ਹੈ, ਜਾਂ ਕੁਝ ਸਾਡੀਆਂ ਜਿਹੜੀਆਂ ਅਚੀਵਮੈਂਟਸ ਵੀ ਨੇ, ਜਿਵੇਂ ਭਗਤ ਸਿੰਘ ਥਿੰਦ ਹੋਰਾਂ ਦਾ ਜ਼ਿਕਰ ਆਉਂਦਾ, ਉਹਦੇ ਵਿੱਚ ਦਲੀਪ ਸਿੰਘ ਸੌਂਧ ਹੋਰਾਂ ਦਾ ਜ਼ਿਕਰ ਆਉਂਦਾ, ਤੇ ਹੋਰ ਵੀ ਸਾਡੇ ਜਿਹੜੇ ਸਿੰਘਾਂ ਨੇ ਬੜੇ ਹਮਲੇ ਮਾਰੇ ਆ ਅਮਰੀਕਾ ਦੇ ਵਿੱਚ, ਇੱਕ ਬੜਾ ਨਾਂ ਬਣਾਇਆ ਆਪਣਾ ਜੀ। ਸੋ ਉਹਨਾਂ ਦਾ ਵੀ ਵਿੱਚ ਅਸੀਂ ਰੈਕਰਡ ਦੇ ਵਿੱਚ ਪਵਾ ਰਹੇ ਹਾਂ ਨਾ। ਸੋ ਅਸੀਂ ਜਿਹੜੀ ਇਨਫੋਰਮੇਸ਼ਨ ਹੈ ਸਾਰੀ ਸਬਮਿਟ ਕਰ ਰਹੇ ਹਾਂ ਉਹਨਾਂ ਨੂੰ। ਅੱਗੋਂ ਉਹਨਾਂ ਨੇ ਦੇਖਣਾ ਹੈ, ਜਿਹੜੀ ਉਹਨਾਂ ਦੀ ਕਰਿਕੂਲਮ ਡਿਪਾਰਟਮੈਂਟ ਦੀ ਮੀਟਿੰਗਸ ਹੁੰਦੀਆਂ, ਵੀ ਉਹਨਾਂ ਨੇ ਕੀ ਵਿੱਚ ਪਾਉਣਾ ਤੇ ਕੀ ਨਹੀਂ ਪਾਉਣਾ। ਠੀਕ ਹੈ, ਅਸੀਂ ਜ਼ਰੂਰ ਉਹਨਾਂ ਨੂੰ ਕਹਿ ਰਹੇ ਹਾਂ ਵੀ ਦਸਤਾਰ ਬਾਰੇ ਲਿਖਿਆ ਜਾਏ, ਕਿਉਂਕਿ ਇਹ ਇੱਕ ਇੰਪੋਰਟੈਂਟ ਚੀਜ਼ ਹੈ। 5 ਕਕਾਰਾਂ ਬਾਰੇ ਦੱਸਣਾ ਚਾਹੀਦਾ ਜੀ। ਸਿੱਖੀਜ਼ਮ ਓਰੀਜਿਨੇਟ ਪੰਜਾਬ ਤੋਂ ਹੋਇਆ, ਇਹਦੇ ਬਾਰੇ ਦੱਸਣਾ ਚਾਹੀਦਾ, ਤਾਂ ਜੋ ਲੋਕਾਂ ਨੂੰ ਕਲੈਰਿਟੀ ਮਿਲ ਸਕੇ ਵੀ ਵੀ ਆਰ ਨਾਟ ਫਰੋਮ ਮਿਡਲ ਈਸਟ, ਵੀ ਆਰ ਫਰੋਮ ਪੰਜਾਬ ਐਂਡ ਦੈਟਸ ਆਵਰ ਹੋਮਲੈਂਡ। ਸੋ ਇਹ ਜਿਹੜੇ ਬੇਸਿਕ ਕਨਸੈਪਟਸ ਨੇ, ਇਹਨਾਂ ਬਾਰੇ ਜਾਣਕਾਰੀ ਮਿਲਣੀ ਬੜੀ ਜ਼ਰੂਰੀ ਹੈ। ਬਿਲਕੁਲ, ਸਿੱਖ ਆਰਟ ਗੈਲਰੀ ਦਾ ਵੀ ਮੈਨੂੰ ਲੱਗਦਾ ਕਿ ਇਹੀ ਮਕਸਦ ਸੀਗਾ ਕਿ ਲੋਕਾਂ ਨੂੰ ਜਾਣਕਾਰੀ ਮਿਲ ਸਕੇ, ਸਿੱਖ ਧਰਮ ਕੀ ਹੈ, ਸਿੱਖ ਧਰਮ ਵਿੱਚ ਕਿਹੜੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੇ। ਪਰ ਸਿੱਖ ਆਰਟ ਗੈਲਰੀ ਦਾ ਇਨੋਗ੍ਰੇਸ਼ਨ ਕਦੋਂ ਕਦੋਂ ਕੀਤਾ? ਦੇਖੋ, ਇਹਦਾ ਜਿਹੜਾ ਇਨੋਗ੍ਰੇਸ਼ਨ ਸੌਫਟ ਓਪਨਿੰਗ ਸੀ ਉਹ ਅਸੀਂ ਨਵੰਬਰ 2020 ਵਿੱਚ ਕਰਤੀ ਸੀ, ਪਰ ਫਿਰ ਕੋਵਿਡ ਦਾ ਸਾਰਾ ਟਾਈਮ ਚੱਲ ਰਿਹਾ ਸੀ। ਸੋ ਇਹਦੀ ਜਿਹੜੀ ਫਾਰਮਲ ਅਸੀਂ ਓਪਨਿੰਗ ਕੀਤੀ ਹੈ, ਜਿਹਦੇ ਵਿੱਚ ਕਨੈਟੀਕਟ ਦੀ ਜਨਰਲ ਅਸੈਂਬਲੀ ਨੇ ਵੀ ਇਹਨੂੰ ਰੈਕੋਗਨਾਈਜ਼ ਕੀਤਾ, ਜਾਂ ਲੈਫਟੀਨੈਂਟ ਗਵਰਨਰ ਨੇ ਵੀ ਇਹਨੂੰ ਰੈਕੋਗਨਾਈਜ਼ ਕੀਤਾ, ਉਹ ਅਸੀਂ 29 ਅਪ੍ਰੈਲ ਨੂੰ ਕੀਤੀ ਹੈ 2022 ਦੇ ਵਿੱਚ। ਬਿਲਕੁਲ, ਤੇ 29 ਅਪ੍ਰੈਲ ਨੂੰ ਬੜਾ ਵੱਡਾ ਇੱਕ ਪ੍ਰੋਗਰਾਮ ਸਿਟੀ ਹਾਲ ਦੇ ਬਾਹਰ ਵੀ ਸਾਡਾ ਹੋਇਆ, ਜੋ ਕਿ ਅਸੀਂ ਆਪਣਾ ਹਿਸਟੋਰੀਕਲ ਡੇ ਆਪਣੇ ਸ਼ਹਿਰ ਦੇ ਵਿੱਚ ਮਨਾਇਆ ਸਿੱਖਾਂ ਨੇ, ਨਾਰਵਿਚ ਦੇ ਵਿੱਚ। ਬਿਲਕੁਲ, ਸੋ ਉਸ ਦਿਨ ਸਾਡੀ ਫਾਰਮਲ ਕਹਿ ਲਓ ਵੀ ਇੱਕ ਓਪਨਿੰਗ ਹੋਈ ਹੈ। ਬਿਲਕੁਲ, ਸਿੱਖਾਂ ਲਈ ਮਾਰਚ ਦਾ ਮਹੀਨਾ ਬਹੁਤ ਇੰਪੋਰਟੈਂਟ ਹੈ, ਅਪ੍ਰੈਲ ਦਾ ਮਹੀਨਾ ਬਹੁਤ ਇੰਪੋਰਟੈਂਟ ਹੈ, ਜੂਨ ਦਾ ਮਹੀਨਾ ਬਹੁਤ ਇੰਪੋਰਟੈਂਟ ਹੈ, ਉਸ ਤੋਂ ਬਾਅਦ ਨਵੰਬਰ ਦਾ ਮਹੀਨਾ ਵੀ ਬੜਾ ਇੰਪੋਰਟੈਂਟ ਹੈ, ਕਿਉਂਕਿ ਸਾਨੂੰ ਬਹੁਤ ਕੁਝ ਮਿਲਿਆ ਵੀ ਹੈ, ਸਾਡੇ ਤੋਂ ਬਹੁਤ ਕੁਝ ਖੋਇਆ ਵੀ ਗਿਆ। ਕਿਤੇ ਨਾ ਕਿਤੇ ਲੋਕਾਂ ਨੂੰ ਦੱਸਣਾ ਕਿ ਸਾਨੂੰ ਕੀ ਮਿਲਿਆ ਔਰ ਕੀ ਅਸੀਂ ਗਵਾਇਆ, ਉਹ ਤਾਂ ਹੀ ਪਤਾ ਚੱਲ ਸਕਦਾ। ਲੋਕੀ ਜਦੋਂ ਸਿੱਖ ਆਰਟ ਗੈਲਰੀ ਆਉਣਗੇ, ਇੱਥੇ ਜੋ ਤੁਸੀਂ ਬਾਰੀਕੀਆਂ ਨਾਲ ਚੀਜ਼ਾਂ ਸੰਜੋਈਆਂ ਨੇ ਉਹਨਾਂ ਨੂੰ ਦੇਖਣਗੇ। 2020 ਤੁਸੀਂ ਦੱਸਿਆ ਕਿ ਨਵੰਬਰ ਮਹੀਨੇ ਵਿੱਚ ਇਸ ਨੂੰ ਇਨੋਗਰੇਟ ਕੀਤਾ ਗਿਆ, ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਕੁ ਲੋਕ ਇੱਥੇ ਆ ਕੇ ਦੇਖ ਚੁੱਕੇ ਨੇ ਇਸ ਨੂੰ? ਕਿੰਨਾ ਲੋਕਾਂ ਦਾ ਭਰਵਾਂ ਹੁੰਗਾਰਾ ਇੱਥੇ ਮਿਲਿਆ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਵੀ ਈਵਨ ਕਿ ਗਵਰਨਰ ਆਫ ਦਾ ਸਟੇਟ ਆਫ ਕਨੈਟੀਕਟ ਨੈਡ ਲਮੌਂਟ, ਉਹਨਾਂ ਨੇ ਵੀ ਵਿਜ਼ਿਟ ਕੀਤਾ ਜੀ। ਫਿਰ ਲੈਫਟੀਨੈਂਟ ਗਵਰਨਰ ਸੂਜ਼ਨ ਬਾਈਜ਼ਵਿਕ, ਉਹ ਵੀ ਇੱਥੇ ਦੇਖਣ ਆਏ ਟੂਰ, ਤੇ ਬੜੇ ਪ੍ਰਭਾਵਿਤ ਹੋ ਕੇ ਗਏ। ਤੇ ਉਹਨਾਂ ਨੂੰ ਇਹ ਸੀ ਵੀ ਇਹ ਤਾਂ ਇਨਫੋਰਮੇਸ਼ਨ ਅਸੀਂ ਕਦੀ ਸੁਣੀ ਵੀ ਨਹੀਂ, ਵੀ ਅਸੀਂ ਤਾਂ ਕੁਝ ਹੋਰ ਹੀ ਸੁਣਦੇ ਆ ਰਹੇ ਹਾਂ ਸਿੱਖਾਂ ਬਾਰੇ। ਸੋ ਇੱਕ ਜਿਹੜਾ ਸਹੀ ਨੈਰੇਟਿਵ ਦੇ ਵਿੱਚ ਇੱਥੋਂ ਉਹਨਾਂ ਨੂੰ ਪਤਾ ਲੱਗਦੀ ਹੈ ਸਿੱਖ ਹਿਸਟਰੀ ਵਿਦ ਡਾਕੂਮੈਂਟੇਸ਼ਨ ਜੀ, ਉਹ ਇੱਕ ਬੜੀ ਇੰਪੋਰਟੈਂਟ ਚੀਜ਼ ਹੈ। ਸੋ ਜਿੱਥੇ ਡਿਫਰੈਂਟ ਪੋਲੀਟੀਸ਼ੀਅਨਸ ਇੱਥੇ ਆਏ, ਉੱਥੇ ਸਕੂਲਾਂ ਦੇ ਬੱਚੇ ਵੀ ਇੱਥੇ ਆਏ, ਉਹਨਾਂ ਨੇ ਫੀਲਡ ਟ੍ਰਿਪਸ ਆਪਣੇ ਬਣਾਏ। ਫਿਰ ਐਜੂਕੇਟਰਸ ਨੇ, ਜਿਹੜੇ ਪ੍ਰੋਫੈਸਰਸ ਨੇ, ਉਹ ਵੀ ਆਏ। ਸੋ ਟੋਟਲ ਓਵਰ 538 ਜੇ ਅਸੀਂ ਕਾਊਂਟ ਕਰੀਏ ਤੇ ਲੋਕ ਇਹਨੂੰ ਵਿਜ਼ਿਟ ਕਰ ਚੁੱਕੇ ਨੇ। ਪਲੱਸ ਔਨ ਟੌਪ ਆਫ ਦੈਟ ਇੱਥੇ ਅਸੀਂ ਇੱਕ ਕਮਿਊਨਿਟੀ ਰੂਮ ਵੀ ਬਣਾਇਆ, ਜਿਹਨੂੰ ਅਸੀਂ ਡੈਡੀਕੇਟ ਕੀਤਾ ਸਿੱਖ ਮਾਰਟਰਸ ਦੇ ਉੱਤੇ ਜੀ। ਉਹਨੂੰ ਤਾਂ ਖੈਰ ਮੈਨੂੰ ਲੱਗਦਾ ਹਜ਼ਾਰਾਂ ਲੋਕ ਹੀ ਯੂਜ਼ ਕਰ ਚੁੱਕੇ ਨੇ ਹੁਣ ਤੱਕ, ਕਿਉਂਕਿ ਲੋਕੀ ਆਪਣੇ ਜਿਹੜੇ ਨਾਨ ਪ੍ਰੋਫਿਟਸ ਹੋਰ ਵੀ ਨੇ, ਉਹ ਵੀ ਆਪਣੀਆਂ ਮੀਟਿੰਗਸ ਇੱਥੇ ਹੀ ਕਰਦੇ ਨੇ ਜੀ। ਸੋ ਇੱਥੇ ਜਿਹੜੇ ਇਵੈਂਟਸ, ਕਾਫੀ ਅਸੀਂ ਇਵੈਂਟ ਬੇਸਡ ਕਾਫੀ ਇੱਥੇ ਰੁਝਾਨ ਹੈਗਾ ਲੋਕਾਂ ਦਾ ਆਉਣਾ, ਤੇ ਅਸੀਂ ਕੋਈ ਉਹਨਾਂ ਨੂੰ ਚਾਰਜ ਨਹੀਂ ਕਰੀਦਾ। ਅਸੀਂ ਕਹਿ ਦਈਦਾ ਵੀ ਅਸੀਂ 501c3 ਆਰਗੇਨਾਈਜੇਸ਼ਨ ਹੈ, ਇਫ ਦੇ ਵਾਂਟ ਟੂ ਡੋਨੇਟ ਦੇ ਕੈਨ, ਬਟ ਦੇਰ ਇਜ਼ ਨੋ ਆਬਲੀਗੇਸ਼ਨ ਜੀ। ਸੋ ਉਹਦੇ ਨਾਲ ਕੀ ਹੈ ਵੀ ਅਗਲਿਆਂ ਨੂੰ ਅਸੀਂ ਟੂਰ ਵੀ ਦਈਦਾ ਪਹਿਲੇ, ਸੋ ਹੋਰ ਇਨਫੋਰਮਡ ਹੁੰਦੇ ਨੇ ਉਹ। ਬਿਲਕੁਲ ਠੀਕ ਗੱਲ ਹੈ ਤੁਹਾਡੀ। ਪਰ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੀ ਸਿੱਖ ਆਰਟ ਗੈਲਰੀ ਕਾਫੀ ਹੈ, ਜਾਂ ਫਿਰ ਸੜਕਾਂ ਤੇ ਕੋਈ ਹੋਰਡਿੰਗਸ ਵਗੈਰਾ ਲਗਾ ਕੇ, ਸੜਕਾਂ ਤੇ ਕੋਈ ਜ਼ਿਆਦਾ ਸਪੈਸ਼ਲੀ ਜਗ੍ਹਾ ਲੈ ਕੇ ਉੱਥੇ ਸਿੱਖ ਧਰਮ ਨੂੰ ਪੂਰਾ ਪ੍ਰਮੋਟ ਕਰਨਾ, ਇਹ ਵੀ ਕੀ ਏਜੰਡੇ ਵਿੱਚ ਹੈ? ਬਿਲਕੁਲ ਜੀ, ਅਸੀਂ ਹਰ ਸਾਲ ਮੀਡੀਆ ਕੈਂਪੇਨਸ ਕਰੀਦੀਆਂ ਨੇ। ਜਦੋਂ 2018 ਦੇ ਵਿੱਚ ਕਨੈਟੀਕਟ ਨੇ ਪਬਲਿਕ ਐਕਟ ਬਣਾਇਆ ਸੀ, ਜਿਹਦੇ ਵਿੱਚ ਉਹਨਾਂ ਨੇ ਨਵੰਬਰ 1 ਨੂੰ ਰੈਕੋਗਨਾਈਜ਼ ਕੀਤਾ ਐਜ਼ ਅ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ। ਅਸੀਂ ਥਾਵਾਂ ਤੇ ਬਿਲਬੋਰਡ ਲਵਾਏ, ਥੈਂਕ ਯੂ ਸਟੇਟ ਆਫ ਕਨੈਟੀਕਟ ਜੀ ਨੂੰ ਲੈ ਕੇ ਨਾਲ, ਬਈ ਇਹ ਸਿੱਖਾਂ ਲਈ ਇੰਪੋਰਟੈਂਟ ਡੇ ਕਿਉਂ ਹੈ। ਫਿਰ ਮਾਰਚ 11 ਐਜ਼ ਅ ਸਿੱਖ ਫਲੈਗ ਨਿਸ਼ਾਨ ਸਾਹਿਬ ਡੇ। ਫਿਰ April 29 ਐਜ਼ ਅ ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ। ਫਿਰ ਮੰਥ ਆਫ ਜੂਨ ਰੈਕੋਗਨਾਈਜ਼ ਹੋਇਆ ਸੀ ਗਵਰਨਰ ਵੱਲੋਂ ਐਜ਼ ਅ ਸਿੱਖ ਮੈਮੋਰੀਅਲ ਮੰਥ ਜੀ। ਸੋ ਉਹਨਾਂ ਨਾਲ ਰਿਲੇਟਡ ਜਿਹੜੇ ਨੇ, ਜਾਂ ਵਿਸਾਖੀ ਨੂੰ ਐਜ਼ ਅ ਨੈਸ਼ਨਲ ਸਿੱਖ ਡੇ। ਸੋ ਜਿਹੜੇ ਬਿਲਬੋਰਡਸ ਦੇ ਕੈਂਪੇਨ ਅਸੀਂ ਐਵਰੀ ਈਅਰ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਕਰੀਦਾ। ਰੀਸੈਂਟਲੀ ਅਸੀਂ ਸਿੱਖ ਅਵੇਅਰਨੈਸ ਮੰਥ ਦੇ ਉੱਤੇ ਪੂਰੀ ਕੀਤੀ
ਤੇ ਡਿਫਰੈਂਟ 20 ਬੱਸ ਸ਼ੈਲਟਰਸ ਨੂੰ ਅਸੀਂ ਬਾਏ ਕਰਕੇ ਸਿੱਖ ਆਰਟ ਵਰਕ ਉਹਦੇ ਤੇ ਲਗਾਇਆ, ਤਾਂ ਜੋ ਲੰਘਦਾ ਹੋਇਆ ਜਿਹੜਾ ਟ੍ਰੈਫਿਕ ਹੈ, ਮਿਲੀਅਨਸ ਆਫ ਲੋਕਾਂ ਨੇ ਉਹਨੂੰ ਦੇਖਿਆ ਜੋ ਉਹਨਾਂ ਦਾ ਟ੍ਰੈਫਿਕ ਕਾਊਂਟ ਦੱਸਦਾ ਜੀ। ਸੋ ਆਈ ਥਿੰਕ ਇਹ ਸਾਰੇ ਹੀ ਚੀਜ਼ਾਂ ਇੰਪੋਰਟੈਂਟ ਨੇ, ਯੂ ਨੋ। ਬਿਲਕੁਲ ਬਿਲਕੁਲ। ਪਰ ਇੱਕ ਇੰਪੋਰਟੈਂਟ ਗੱਲ ਇਹ ਵੀ ਹੈ ਕਿ ਲੋਕਾਂ ਦੇ ਨਾਲ ਪੁਲਿਸ ਨੂੰ ਵੀ ਪਤਾ ਚੱਲੇ ਕਿ ਸਿੱਖ ਕੌਣ ਨੇ, ਕਿਉਂਕਿ ਪੁਲਿਸ ਆਈਡੈਂਟੀਫਾਈ ਕਰਦੀ ਹੈ ਲੋਕਾਂ ਨੂੰ, ਕ੍ਰਿਮੀਨਲਸ ਨੂੰ ਵੀ ਆਈਡੈਂਟੀਫਾਈ ਕਰਦੀ ਹੈ, ਆਮ ਲੋਕਾਂ ਨੂੰ ਵੀ ਆਈਡੈਂਟੀਫਾਈ ਕਰਦੀ ਹੈ। ਫਿਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਇਹ ਸਾਹਮਣੇ ਸ਼ਖਸ ਖੜਾ, ਇਸ ਜਿਹੜੀ ਦਸਤਾਰ ਬਣੀ ਹੋਈ ਹੈ, ਇਹ ਦਸਤਾਰ ਕਿਸੇ ਹੋਰ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੀ ਹੈ, ਕਿਉਂਕਿ ਦਸਤਾਰ ਨੂੰ ਦੇਖ ਕੇ ਸਾਨੂੰ ਵੱਖ-ਵੱਖ ਕਮਿਊਨਿਟੀਜ਼ ਨਾਲ ਮੈਚ ਕਰ ਲਿਆ ਜਾਂਦਾ ਕਿ ਨਹੀਂ ਇਹ ਦੂਜੀ ਕਮਿਊਨਿਟੀ ਹੋਏਗੀ। ਕੀ ਇਹਦੇ ਵਿੱਚ ਵੀ ਤੁਹਾਡਾ ਕੋਈ ਯੋਗਦਾਨ ਹੈਗਾ? ਬਿਲਕੁਲ। ਪਹਿਲੇ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਭੁੱਲ ਗਿਆ, ਜਿਹੜੇ ਬਿਲਬੋਰਡਸ ਅਸੀਂ ਡਿਜ਼ਾਈਨ ਕੀਤੇ ਨੇ ਉਹਦੇ ਵਿੱਚ ਅਸੀਂ ਹੈਸ਼ਟੈਗ ਯੂਜ਼ ਕੀਤਾ। ਜੋ ਦਸਤਾਰ ਤਾਂ ਮੈਨੂੰ ਯਾਦ ਆਇਆ ਵੀ ਅਸੀਂ ਹੈਸ਼ਟੈਗ ਦਸਤਾਰ, ਹੈਸ਼ਟੈਗ ਕਿਰਪਾਨ, ਓਕੇ, ਸੋ ਡਿਫਰੈਂਟ ਹੈਸ਼ਟੈਗਸ ਨੂੰ ਯੂਜ਼ ਕਰਕੇ ਅਸੀਂ ਉਹਦੇ ਨਾਲ ਰਿਲੇਟਡ ਆਰਟ ਵਰਕ ਨੂੰ, ਯਾਨੀ ਕਿ 5 ਕਕਾਰਾਂ ਨੂੰ ਵੀ ਤੁਸੀਂ ਹੈਸ਼ਟੈਗਸ ਲਿਆ। ਤੇ ਬਟ ਤੁਹਾਨੂੰ ਮੈਂ ਦੱਸਣਾ ਚਾਹਾਂਗਾ, ਜਦੋਂ ਪ੍ਰੈਜ਼ੀਡੈਂਟ ਓਬਾਮਾ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਸਨ, ਉਦੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਪ੍ਰੈਜ਼ੀਡੈਂਟ ਓਬਾਮਾ ਨੇ, ਉਹਨੂੰ AMS ਪ੍ਰੋਗਰਾਮ ਕਹਿੰਦੇ ਸੀ, ਅਰਬ ਮੁਸਲਿਮ ਸਿੱਖਸ ਐਜੂਕੇਸ਼ਨ। ਤੇ ਉਹ ਜਿਹੜਾ ਉਹਦੇ ਨਾਲ ਰਿਲੇਟਡ ਅਸੀਂ ਟੋਟਲ 1200 ਟੋਟਲ ਸਟੇਟ ਟਰੂਪਰਸ ਤੇ ਡਿਫਰੈਂਟ PDs, ਡਿਫਰੈਂਟ ਪੁਲਿਸ ਡਿਪਾਰਟਮੈਂਟ ਜਿਹੜੇ ਕਨੈਟੀਕਟ ਦੇ ਨੇ ਜੀ, ਉਹਨਾਂ ਨੂੰ ਅਸੀਂ ਐਜੂਕੇਟ ਕੀਤਾ ਵੀ ਸਿੱਖ ਕੌਣ ਨੇ। ਤੇ ਉਹ ਪ੍ਰੈਜੈਂਟੇਸ਼ਨਸ ਜਿਹੜੀਆਂ ਹੁੰਦੀਆਂ ਸੀ ਇੱਕੋ ਟਾਈਮ ਦੇ ਉੱਤੇ ਹੀ ਅਰਬ ਕਮਿਊਨਿਟੀ ਵਾਲੇ ਵੀ ਕਰਦੇ ਸੀ, ਮੁਸਲਿਮ ਕਮਿਊਨਿਟੀ ਵਾਲੇ ਵੀ ਤੇ ਸਿੱਖ ਕਮਿਊਨਿਟੀ ਵਾਲੇ ਵੀ। ਠੀਕ ਹੈ। ਉਹਦੇ ਨਾਲ ਕੀ ਸੀ ਵੀ ਉਹਨਾਂ ਨੂੰ ਡਿਫਰੈਂਸ਼ੀਏਟ ਪਤਾ ਹੋਏ ਬਈ ਸਿੱਖ ਕੌਣ ਨੇ, ਮੁਸਲਮਾਨ ਕੌਣ ਨੇ, ਅਰਬ ਕਮਿਊਨਿਟੀ ਕੌਣ ਨੇ, ਵੀ ਇਹ ਸਾਰੇ ਇੱਕ ਨਹੀਂ ਹੈਗੇ, ਭਾਵੇਂ ਇਹਨਾਂ ਦਾ ਪਹਿਰਾਵਾ ਸਿਮਿਲਰ ਹੋ ਸਕਦਾ। ਸੋ ਉਹਦੇ ਵਿੱਚ ਜਿਹੜੇ 5 ਕਕਾਰਾਂ ਬਾਰੇ ਐਜੂਕੇਸ਼ਨ ਸੀ ਉਹ ਬੜੀ ਇੰਪੋਰਟੈਂਟ ਸੀ ਜਦੋਂ ਅਸੀਂ ਸਿੱਖਾਂ ਦੀ ਪ੍ਰੈਜੈਂਟੇਸ਼ਨ ਦਿੰਦੇ ਸੀ, ਕਿਉਂਕਿ ਕਿਰਪਾਨ ਵੀ ਜੇ ਤੁਸੀਂ ਲੈ ਲਓ, ਹੋ ਸਕਦਾ ਹੈ ਕਿਸੇ ਦਾ ਨਜ਼ਰੀਆ ਉਹਨੂੰ ਦੇਖਣ ਦਾ ਹੋਏ ਵੀ ਇਹ ਇੱਕ ਵੈਪਨ ਹੈ, ਪਰ ਸਾਡੇ ਲਈ ਉਹ ਸਾਡਾ ਇੱਕ ਆਰਟੀਕਲ ਆਫ ਫੇਥ ਵੀ ਹੈ। ਬਿਲਕੁਲ। ਤੇ ਫਿਰ ਉਹਨਾਂ ਨੂੰ ਐਜੂਕੇਸ਼ਨ ਦੇਣੀ ਵੀ ਹੈ ਸਿਰਫ ਇਨੀਸ਼ੀਏਟਡ ਸਿੱਖ ਜਾਂ ਅੰਮ੍ਰਿਤਧਾਰੀ ਸਿੱਖਾਂ ਕੋਲ ਹੀ ਹੁੰਦੀ ਹੈ ਜੀ। ਇਹ ਚੀਜ਼ਾਂ ਉਹਨਾਂ ਨੂੰ ਬੜੀਆਂ ਫੈਸੀਨੇਟਿੰਗ ਲੱਗੀਆਂ ਤੇ ਉਹਨਾਂ ਨੇ ਥੈਂਕ ਯੂ ਕਰਦੇ ਸੀ, ਕਹਿੰਦੇ ਵੀ ਨਾਓ ਵੀ ਤੁਸੀਂ ਸਾਨੂੰ ਸਾਡੀ ਜੌਬ ਕਰਨ ਦੇ ਵਿੱਚ ਬਹੁਤ ਹੈਲਪ ਕੀਤੀ ਹੈ, ਵੀ ਅਸੀਂ ਆਪਣੀ ਜੌਬ ਹੋਰ ਚੰਗੇ ਤਰੀਕੇ ਨਾਲ ਕਰ ਸਕਦੇ ਹਾਂ ਵਿਦਆਊਟ ਅਫੈਂਡਿੰਗ ਐਨੀਵਨ, ਕਿਉਂਕਿ ਉਹਨਾਂ ਨੂੰ ਪਤਾ ਚੱਲ ਗਿਆ, ਫਰਕ ਪਤਾ ਚੱਲ ਗਿਆ। ਐਗਜ਼ੈਕਟਲੀ, ਬਿਲਕੁਲ ਠੀਕ ਹੈ। ਪਰ ਤੁਸੀਂ ਹੇਟ ਕ੍ਰਾਈਮ ਦੀ ਗੱਲ ਕੀਤੀ ਹੈ, ਹੇਟ ਕ੍ਰਾਈਮ ਦੇ ਨਾਲ ਮੈਂ ਗੱਲ ਕਰਾਂਗਾ ਬੁਲੀ ਦੀ ਵੀ, ਕਿਉਂਕਿ ਬੱਚਿਆਂ ਨਾਲ ਹੇਟ ਕ੍ਰਾਈਮ ਨਹੀਂ ਬਲਕਿ ਬੱਚਿਆਂ ਨਾਲ ਬੁਲੀ ਜ਼ਿਆਦਾ ਹੁੰਦੇ ਨੇ। ਬੱਚੇ ਸਕੂਲਾਂ ਵਿੱਚ ਜਦੋਂ ਉਹ ਦਸਤਾਰ ਪਾ ਕੇ ਜਾਂਦੇ ਨੇ, ਕਿਰਪਾਨ ਪਾ ਕੇ ਜਾਂਦੇ ਨੇ, ਤਾਂ ਵੀ ਉਹਨਾਂ ਨਾਲ ਬਹੁਤ ਮੰਦਭਾਗਾ ਵਿਵਹਾਰ ਕੀਤਾ ਜਾਂਦਾ ਉਹਨਾਂ ਦੇ ਹੋਰ ਜਿਹੜੇ ਸਹਿਪਾਠੀ ਹੁੰਦੇ ਆ ਉਹਨਾਂ ਵੱਲੋਂ। ਕੀ ਇਸ ਬਾਰੇ ਵੀ ਕੋਈ ਕੰਪਲੇਂਟਸ ਤੁਹਾਡੇ ਕੋਲ ਆਈਆਂ ਨੇ ਜਾਂ ਇਸ ਬਾਰੇ ਵੀ ਕੋਈ ਤੁਹਾਡੇ ਵੱਲੋਂ ਕਦਮ ਚੁੱਕੇ ਗਏ ਨੇ? ਦੇਖੋ, ਬੁਲਿੰਗ ਓਵਰਆਲ ਹੀ ਬਹੁਤ ਵੱਡੀ ਪ੍ਰੋਬਲਮ ਹੈ ਤੇ ਇਕੱਲੇ ਸਿੱਖ ਹੀ ਨਹੀਂ ਦਾ ਸ਼ਿਕਾਰ, ਈਵਨ ਕਿ ਏਸ਼ੀਅਨ ਕਮਿਊਨਿਟੀ ਲੈ ਲਓ, ਚਾਈਨੀਜ਼ ਕਮਿਊਨਿਟੀ ਜਾਂ ਹੋਰ ਵੀ ਜਿਨ੍ਹਾਂ ਦੇ ਕੋਈ ਕਲਚਰਲ ਹੈਗੀ ਹੈ ਡਰੈਸ ਕੋਡ, ਉਹ ਸਾਰਿਆਂ ਨੂੰ ਇਹਦਾ ਸ਼ਿਕਾਰ ਹੋਣਾ ਪੈਂਦਾ। ਪਰ ਇਹਨੂੰ ਕਾਊਂਟਰ ਕਰਨ ਦੇ ਲਈ ਇੱਕੋ ਹੀ ਤਰੀਕਾ ਹੈ ਐਜੂਕੇਸ਼ਨ ਜੀ। ਸੋ ਤੇ ਪਾਲਿਸੀ ਚੇਂਜਸ। ਸੋ ਜਦੋਂ ਮੈਂ ਬੋਰਡ ਆਫ ਐਜੂਕੇਸ਼ਨ ਵਿੱਚ ਮੈਂਬਰ ਸੀ, ਮੇਰੇ ਅੱਗੇ ਇੱਕ ਪਾਲਿਸੀ ਰਿਵਿਊ ਕਰਨ ਲਈ ਆਈ, ਜਿਹਨੂੰ ਅਸੀਂ ਸਰਸਰੀ ਤੌਰ ਤੇ ਬਸ ਰਿਵਿਊ ਕਰ ਰਹੇ ਸੀ, ਬਈ ਪੋਜੈਸ਼ਨ ਆਫ ਡੈਡਲੀ ਵੈਪਨ ਇਨ ਸਕੂਲਸ ਜੀ। ਤੇ ਮੈਂ ਕਿਹਾ ਵੀ ਇਸ ਪਾਲਿਸੀ ਦੇ ਅਧੀਨ ਤਾਂ ਮੈਨੂੰ ਲੱਗ ਰਿਹਾ ਵੀ ਮੈਂ ਆਪਣੇ ਸਕੂਲ ਦੀ ਪਾਲਿਸੀ ਹੀ ਬੋਰਡ ਆਫ ਐਜੂਕੇਸ਼ਨ ਮੈਂਬਰ ਬਣ ਕੇ ਵਾਇਲੇਟ ਕਰ ਰਿਹਾ, ਕਿਉਂਕਿ ਮੈਂ ਤਾਂ ਕਿਰਪਾਨ ਪਾਈ ਹੈ ਤੇ ਮੈਂ ਤੁਹਾਡੇ ਸਾਰਿਆਂ 'ਚ ਬੈਠਾ ਹੋਇਆ। ਫਿਰ ਉਹਨਾਂ ਨੇ ਐਗਜ਼ੰਪਸ਼ਨ ਵਿੱਚ ਪਾਈ ਕਿਰਪਾਨ ਦੀ। ਸੋ ਹੁਣ ਕਿਰਪਾਨ ਅਲਾਉਡ ਹੈ ਨਾਰਵਿਚ ਦੇ ਸਕੂਲਾਂ ਵਿੱਚ, ਬਟ ਇਹ ਜਿਹੜਾ ਇੱਕ ਐਜੂਕੇਸ਼ਨ ਹੈਗੀ ਹੈ ਸਾਨੂੰ ਸਾਰਿਆਂ ਨੂੰ ਹੀ ਜਿੱਥੇ ਜਿੱਥੇ ਅਸੀਂ ਰਹਿੰਦੇ ਹਾਂ ਸਾਨੂੰ ਕਰਨੀ ਪੈਣੀ ਹੈ। ਇਹ ਤੋਂ ਅਸੀਂ ਭੱਜ ਨਹੀਂ ਸਕਦੇ, ਜਾਂ ਅਸੀਂ ਇਹ ਨਾ ਕਹੀਏ ਵੀ ਇਹ ਕੋਈ ਇਸ ਸੰਸਥਾ ਦਾ ਕੰਮ ਹੈ ਜਾਂ ਉਹ ਸੰਸਥਾ ਦਾ ਕੰਮ ਹੈ। ਠੀਕ ਹੈ, ਹਰ ਬੰਦਾ ਆਪਣੀ ਕੈਪੈਸਿਟੀ ਵਿੱਚ ਕਰ ਰਿਹਾ ਕੰਮ, ਹਰ ਸੰਸਥਾ ਕਰ ਰਹੀ ਹੈ, ਪਰ ਸਾਨੂੰ ਐਜ਼ ਅ ਸਿੱਖ ਕੰਮ ਕਰਨ ਦੀ ਲੋੜ ਆ। ਬਿਲਕੁਲ। ਤੇ ਆਈ ਥਿੰਕ ਉਹਦੇ ਬੜੇ ਵਧੀਆ ਰਿਜ਼ਲਟ ਆਏ। ਹੁਣ ਈਵਨ ਕਿ ਤੁਸੀਂ ਸਾਡੀ ਸਕੂਲ ਦੀ ਵੈਬਸਾਈਟ ਤੇ ਜਾਓ, ਉੱਥੇ ਕਲਚਰਲ ਡੇਜ਼ ਤੁਸੀਂ ਕਰੋ ਲੁੱਕ ਅਪ, ਤੇ ਕਲਚਰਲ ਡੇਜ਼ ਦੇ ਵਿੱਚ ਸਿੱਖਾਂ ਦੇ ਸਾਰੇ ਇੰਪੋਰਟੈਂਟ ਦਿਨ ਅਸੀਂ ਵਿੱਚ ਪਾਏ ਹੋਏ ਨੇ ਜੀ। ਤੇ ਉਹਦੇ ਨਾਲ ਕੀ ਹੈ, ਬੜੀ ਇੱਕ ਐਜੂਕੇਸ਼ਨ ਫੈਲੀ ਹੈ ਓਵਰਆਲ ਕਮਿਊਨਿਟੀ ਦੇ ਵਿੱਚ। ਬਿਲਕੁਲ ਠੀਕ ਗੱਲ ਹੈ ਤੁਹਾਡੀ। ਪਰ ਕਿਤੇ ਨਾ ਕਿਤੇ ਜਿਵੇਂ ਤੁਸੀਂ ਗੱਲ ਕੀਤੀ ਹੈ, ਬੱਚਿਆਂ ਦੀ ਗੱਲ ਕੀਤੀ ਹੈ, ਪਰ ਬੱਚਿਆਂ ਦੇ ਨਾਲ ਨਾਲ ਵੱਡਿਆਂ ਨੂੰ ਵੀ ਸਿੱਖਿਅਤ ਕਰਨਾ ਸਿੱਖ ਆਰਗੇਨਾਈਜੇਸ਼ਨਸ ਦਾ ਕੰਮ ਹੈ। ਤੁਸੀਂ ਹੁਣ ਵੱਖ-ਵੱਖ ਸਿੱਖ ਆਰਗੇਨਾਈਜੇਸ਼ਨਸ ਦੀ ਗੱਲ ਕੀਤੀ ਹੈ, ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆਪਣੇ ਆਪਣੇ ਪੱਧਰ ਤੇ ਕੰਮ ਕਰ ਰਹੀਆਂ ਨੇ ਉਹ ਕਾਫੀ ਹੈ, ਜਾਂ ਇਸ ਤੋਂ ਇੱਕ ਸਟੈਪ ਹੋਰ ਉੱਪਰ ਸਾਨੂੰ ਸੋਚਣਾ ਚਾਹੀਦਾ ਹੈ? ਬਿਲਕੁਲ ਜੀ, ਐਕਚੁਅਲੀ ਇੱਕ ਤਾਂ ਸਾਰਿਆਂ ਨੂੰ ਕੋਆਰਡੀਨੇਸ਼ਨ ਦੇ ਵਿੱਚ ਰਹਿ ਕੇ ਕੰਮ ਕਰਨ ਦੀ ਲੋੜ ਹੈ, ਕਿਉਂਕਿ ਵੈਸੇ ਹੀ ਅਸੀਂ ਮਿਨੋਰਟੀ ਕਮਿਊਨਿਟੀ ਹਾਂ, ਰਾਈਟ। ਸਾਡੇ ਰਿਸੋਰਸਿਸ ਵੀ ਉਸ ਲੈਵਲ ਦੇ ਨਹੀਂ ਨੇ।
ਸੋ ਵੀ ਹੈਵ ਟੂ ਬੀ ਵੈਰੀ ਕੇਅਰਫੁਲ ਵਿਦ ਆਰ ਰਿਸੋਰਸਿਸ ਐਜ਼ ਵੈਲ ਜੀ। ਤੇ ਉਹ ਕਹਿੰਦੇ ਨਾ ਗੁਰੂ ਸਾਹਿਬ ਵੀ ਕਹਿੰਦੇ ਵੀ ਅਕਲੀ ਕੀਜੇ ਦਾਨ, ਤੇ ਜਿਹੜਾ ਸਾਡਾ ਦਾਨ ਵੀ ਹੈ ਅਸੀਂ ਸਮਝ ਨਾਲ ਕਰਨਾ ਹੈ ਵੀ ਅਸੀਂ ਉੱਥੇ ਦਾਨ ਕਰੀਏ ਜਿੱਥੇ ਸਾਨੂੰ ਗੁੱਡ ਰਿਟਰਨ ਵੀ ਹੋਵੇ ਉਸ ਚੀਜ਼ ਦੀ। ਸੋ ਜਿਹੜੀਆਂ ਆਰਗੇਨਾਈਜੇਸ਼ਨਸ ਦੀ ਗੱਲ ਹੈ, ਦੇਖੋ ਸਾਰਿਆਂ ਕੋਲ ਲਿਮਿਟਿਡ ਰਿਸੋਰਸਿਸ ਨੇ, ਸਾਰੇ ਆਪਣੇ ਤਰੀਕੇ ਨਾਲ ਹਮਲਾ ਮਾਰਨ ਦੀ ਕੋਸ਼ਿਸ਼ ਕਰਦੇ ਆ, ਬਟ ਆਫ ਕੋਰਸ ਜੇ ਹੋਰ ਐਡਵੋਕੇਸੀ ਆਰਗੇਨਾਈਜੇਸ਼ਨਸ ਹੋਣ ਸਾਡੇ ਕੋਲ ਤਾਂ ਕੋਈ ਮਾੜੀ ਗੱਲ ਨਹੀਂ। ਹੁਣ ਤੁਸੀਂ ਜੇ ਅਸੀਂ ਬਲੈਕ ਕਮਿਊਨਿਟੀ ਨੂੰ ਦੇਖ ਲਈ, ਉਹਨਾਂ ਦਾ ਨਾਰਵਿਚ ਦੇ ਵਿੱਚ ਵੀ ਬ੍ਰਾਂਚ ਹੈਗੀ ਹੈ, ਉਹਨਾਂ ਦੀ ਹਰ ਸਿਟੀ ਦੇ ਵਿੱਚ ਇੱਕ ਬ੍ਰਾਂਚ ਹੈ NAACP ਚੈਪਟਰ ਕਰਕੇ। ਸੋ ਸਾਨੂੰ ਇਹੋ ਜਿਹੀਆਂ ਜਿਹੜੀਆਂ ਫੈਡਰਲ ਲੈਵਲ ਆਰਗੇਨਾਈਜੇਸ਼ਨਸ ਵੀ ਕਰਨੀਆਂ ਪੈਣਗੀਆਂ ਆਉਣ ਵਾਲੇ ਟਾਈਮ ਵਿੱਚ, ਬਟ ਇਹ ਸਾਨੂੰ ਲੋਕਾਂ ਨੂੰ ਇਨਵੋਲਵ ਕਰਨਾ ਪਏਗਾ ਤੇ ਇਹ ਵਲੰਟੀਅਰ ਬੇਸ ਤੇ ਹੀ ਕੰਮ ਹੋ ਸਕਦਾ, ਕਿਉਂਕਿ ਜੇ ਤੁਸੀਂ ਤਨਖਾਹਾਂ ਦੇਣ ਦੇ ਚੱਕਰ 'ਚ ਪੈ ਜਾਓ ਫਿਰ ਤਾਂ ਤੁਹਾਡੇ ਸਾਰੇ ਫੰਡ ਤਨਖਾਹਾਂ 'ਚ ਚਲੇ ਜਾਣਗੇ, ਤੁਸੀਂ ਕੌਮ ਦੀ ਸੇਵਾ ਨਹੀਂ ਕਰ ਸਕੋਗੇ ਉਸ ਤਰੀਕੇ ਨਾਲ। ਬਿਲਕੁਲ, ਕਿਉਂਕਿ ਜਦੋਂ ਤੁਸੀਂ ਬਾਹਰ ਜਾ ਕੇ ਐਡਵੋਕੇਸੀ ਕਰਨੀ ਹੈ ਉਹਦੇ ਲਈ ਵੀ ਤੁਹਾਨੂੰ ਰਿਸੋਰਸਿਸ ਚਾਹੀਦੇ ਆ ਜੀ। ਸੋ ਆਫ ਕੋਰਸ ਜਿਹੜੇ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਨੇ, ਮੈਂ ਉਹਨਾਂ ਦਾ ਧੰਨਵਾਦੀ ਹਾਂ ਤੇ ਆਫ ਕੋਰਸ ਇਹੋ ਜਿਹੇ ਐਫਰਟ ਸਾਨੂੰ ਹੋਰ ਵਧਾਉਣ ਦੀ ਵੀ ਲੋੜ ਹੈ ਤੇ ਜਿਹੜੇ ਕਰ ਰਹੇ ਨੇ ਉਹਨਾਂ ਦੀ ਵੀ ਹੈਲਪ ਕਰਨ ਦੀ ਲੋੜ ਹੈ। ਬਿਲਕੁਲ ਬਗਦੌਰ, ਤੁਸੀਂ ਕਿਉਂਕਿ ਸਿਟੀ ਕਾਉਂਸਲ ਮੈਂਬਰ, ਇਸ ਕਰਕੇ ਮੈਂ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗਾ, ਕਿਉਂਕਿ ਅਮਰੀਕਾ ਵਿੱਚ ਇੱਕ ਕਲਚਰ ਐਸਾ ਵੱਧ ਰਿਹਾ ਜਿਸ ਤੋਂ ਲੋਕ ਖੌਫਜ਼ਦਾ ਨੇ, ਡਰਦੇ ਨੇ, ਘਰੋਂ ਬਾਹਰ ਨਿਕਲਣ ਵੇਲੇ ਵੀ, ਬੱਚਿਆਂ ਨੂੰ ਸਕੂਲ ਭੇਜਣ ਵੇਲੇ ਵੀ, ਮਾਲ ਜਾਣ ਵੇਲੇ ਵੀ। ਉਹ ਕਲਚਰ ਹੈਗਾ ਗਨ ਦਾ ਕਲਚਰ, ਬੰਦੂਕ ਦਾ ਕਲਚਰ, ਕਿਉਂਕਿ ਹਰ ਕੋਈ ਸ਼ਖਸ ਬੰਦੂਕ ਤੋਂ ਡਰਦਾ ਵੀ ਹੈ ਲੇਕਿਨ ਬੰਦੂਕ ਰੱਖਣਾ ਵੀ ਚਾਹੁੰਦਾ ਹੈ, ਔਰ ਇੱਥੇ ਈਜ਼ੀ ਅਵੇਲੇਬਿਲਿਟੀ ਵੀ ਹੈਗੀ ਹੈ। ਕੀ ਐਜ਼ ਅ ਸਿਟੀ ਕਾਉਂਸਲ ਮੈਂਬਰ ਇਹ ਮੁੱਦੇ ਵੀ ਤੁਹਾਡੇ ਸਾਹਮਣੇ ਆਏ ਨੇ? ਕਿਉਂਕਿ ਅਸੀਂ ਪਿੱਛੇ ਅਗਰ 2 ਸਾਲਾਂ ਦਾ ਇਤਿਹਾਸ ਦੇਖ ਲਈਏ ਤਾਂ 2 ਸਾਲਾਂ ਵਿੱਚ ਹੀ ਬਹੁਤ ਥਾਂ ਜਗ੍ਹਾ 'ਤੇ ਗੋਲੀਬਾਰੀ ਹੋਈ ਹੈ, ਨਾ ਸਿਰਫ ਸਕੂਲਾਂ ਵਿੱਚ ਬਲਕਿ ਮਾਲਸ ਵਿੱਚ ਵੀ ਹੋਈ ਹੈ, ਸਟਰੀਟਸ 'ਤੇ ਵੀ ਹੋਈ ਹੈ, ਔਰ ਬਹੁਤ ਲੋਕਾਂ ਦੀ ਜਾਨ ਵੀ ਗਈ ਹੈ। ਕਿ ਇਸ ਤੋਂ ਅਮਰੀਕਾ ਉੱਭਰ ਪਾਏਗਾ? ਦੇਖੋ ਇਹ ਬੜਾ ਇੱਕ ਰੀਅਲ ਪ੍ਰੋਬਲਮ ਹੈਗੀ ਹੈ। ਹੁਣ ਉਹਨੂੰ ਦੇਖੋ, ਉਹਦੇ ਕਈ ਤਰੀਕੇ ਨੇ ਸੋਚਣ ਦੇ। ਪਹਿਲੀ ਗੱਲ ਤਾਂ ਅਮਰੀਕਾ ਦੇ ਵਿੱਚ ਸੈਕੰਡ ਅਮੈਂਡਮੈਂਟ ਆ, ਜਿਹੜੀ ਕਿ ਹਰ ਬੰਦੇ ਨੂੰ ਅਧਿਕਾਰ ਦਿੰਦੀ ਹੈ ਵੀ ਉਹ ਆਰਮਸ ਰੱਖ ਸਕਦਾ ਆਪਣੇ ਕੋਲ, ਫਾਇਰ ਆਰਮ ਰੱਖ ਸਕਦਾ, ਪਰ ਉਹਦੀ ਪ੍ਰੋਟੈਕਸ਼ਨ ਲਈ ਹੈ। ਉਹ ਗੱਲ ਵੱਖਰੀ ਹੈ ਵੀ ਜਦੋਂ ਤੁਹਾਨੂੰ ਕੋਈ ਫਰੀਡਮਸ ਮਿਲਦੀਆਂ ਨੇ, ਕੁਝ ਲੋਕ ਮਿਸਯੂਜ਼ ਵੀ ਕਰਦੇ ਨੇ। ਬਿਲਕੁਲ, ਪਰ ਜਿਹੜੀ ਗਨ ਪ੍ਰੋਬਲਮ ਹੈਗੀ ਹੈ, ਦੇਖੋ ਗਨ ਵਾਇਲੈਂਸ ਹੈਗੀ ਹੈ, ਇਹਦੇ ਵਿੱਚ ਸਾਨੂੰ ਐਕਸੈਪਟ ਕਰਨਾ ਪਏਗਾ ਵੀ ਹੈਗੀ ਹੈ। ਪਹਿਲੀ ਗੱਲ ਤਾਂ ਅਸੀਂ ਮੰਨੀਏ, ਠੀਕ ਹੈ ਨਾ, ਕਿਉਂਕਿ ਅਸੀਂ ਜੇ ਮੰਨਾਂਗੇ ਕਿਸੇ ਚੀਜ਼ ਨੂੰ ਤਾਂ ਹੀ ਉਸਨੂੰ ਸੁਧਾਰਨ ਲਈ ਅਸੀਂ ਕੋਈ ਕੰਮ ਕਰ ਸਕਾਂਗੇ। ਬਿਲਕੁਲ, ਵੱਡੀ ਇੱਕ ਪ੍ਰੋਬਲਮ ਇਹ ਹੈ ਵੀ ਕੁਝ ਲੋਕ ਅਮਰੀਕਾ ਦੇ, ਜਾਂ ਬੜੀ ਵੱਡੀ ਤਾਦਾਦ ਦੇ ਵਿੱਚ ਕੁਝ ਲੋਕ ਇਹ ਮੰਨਦੇ ਹੀ ਨਹੀਂ ਵੀ ਗਨ ਵਾਇਲੈਂਸ ਕੋਈ ਪ੍ਰੋਬਲਮ ਹੈ। ਇਹਦਾ ਕੀ ਕਾਰਨ ਹੈ ਕਿ ਉਹਨਾਂ ਨੂੰ ਦਿਖਦਾ ਨਹੀਂ ਹੈ ਜੋ ਮੌਤਾਂ ਹੋ ਰਹੀਆਂ ਨੇ? ਆਈ ਥਿੰਕ ਉਹ ਇਸ ਚੀਜ਼ ਨੂੰ ਡਿਫਰੈਂਟ ਨੁਕਤਾ ਨਿਗਾਹ ਨਾਲ ਦੇਖਦੇ ਨੇ ਵੀ ਸਾਡੀ ਫਰੀਡਮ ਦੇ ਉੱਤੇ ਅਟੈਕ ਹੈ, ਜੋ ਕਿ ਮੈਂ ਭਾਵਨਾ ਨੂੰ ਸਮਝਦਾ, ਪਰ ਤੇ ਜ਼ਿਆਦਾਤਰ ਬਲੇਮ ਜਾਂਦਾ ਵੀ ਮੈਂਟਲ ਹੈਲਥ ਨਹੀਂ ਠੀਕ ਅਮਰੀਕਾ ਦੇ ਵਿੱਚ, ਤੇ ਉਹਦੇ ਤੇ ਰਿਸੋਰਸਿਸ ਫੋਕਸ ਕਰਨੇ ਚਾਹੀਦੇ ਆ, ਜੋ ਕਿ ਗੱਲ ਕੋਈ ਮਾੜੀ ਨਹੀਂ, ਗੱਲ ਬਿਲਕੁਲ ਠੀਕ ਹੈ ਵੀ ਗੋਲੀ ਆਪਣੇ ਆਪ ਤੇ ਚਲਦੀ ਨਹੀਂ, ਕੋਈ ਨਾ ਕੋਈ ਬੰਦਾ ਚਲਾਉਂਦਾ ਹੀ ਹੈ। ਬਿਲਕੁਲ, ਠੀਕ ਹੈ ਨਾ। ਸੋ ਇਹ ਇੱਕ ਬੜਾ ਇੰਪੋਰਟੈਂਟ ਵਿਸ਼ਾ ਫੈਡਰਲ ਲੈਵਲ ਦੇ ਉੱਤੇ ਹੈਗਾ, ਜਿਹਨੂੰ ਕਿ ਸਾਡੇ ਜਿਹੜੇ ਕਨੈਟੀਕਟ ਦੇ ਫੈਡਰਲ ਲੀਡਰਸ ਨੇ ਉਹ ਬੜੀ ਚੰਗੀ ਭੂਮਿਕਾ ਨਿਭਾ ਰਹੇ ਨੇ ਗਨ ਵਾਇਲੈਂਸ ਨੂੰ ਨਾਲ ਰਿਲੇਟਡ। ਤੇ ਕਨੈਟੀਕਟ ਦੇਖੋ ਆਪ ਵੀ ਸ਼ਿਕਾਰ ਹੋਇਆ ਗਨ ਵਾਇਲੈਂਸ ਦਾ। ਨਿਊਟਨ ਇੱਥੇ ਟਾਊਨ ਹੈਗਾ ਜਿੱਥੇ ਕਿ ਸਕੂਲ ਦੇ ਵਿੱਚ ਵੀ ਗੋਲੀ ਚੱਲੀ ਸੀ ਤੇ ਕਾਫੀ ਬੱਚੇ ਮਾਰੇ ਗਏ। ਈਵਨ ਕਿ ਅਸੀਂ ਐਜ਼ ਅ ਸਿੱਖ ਵੀ ਵਿਕਟਮ ਵੀ ਹਾਂ ਗਨ ਵਾਇਲੈਂਸ ਦੇ ਬਈ, ਕਿਉਂਕਿ ਅਗਸਤ 5 2012 ਦੇ ਵਿੱਚ ਵਿਸਕੌਨਸਨ ਗੁਰਦੁਆਰੇ ਵੀ ਸਾਡੇ ਦੇਖੋ 6 ਬੰਦੇ ਸ਼ਹੀਦ ਹੋਏ ਇਸ ਚੀਜ਼ ਦੇ ਵਿੱਚ। ਬਟ ਐਜ਼ ਅ ਸਿੱਖ ਅਸੀਂ ਇਹ ਵੀ ਗੱਲ ਸਮਝਦੇ ਹਾਂ ਬਈ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦਾ ਅਧਿਕਾਰ ਹਰ ਕਿਸੇ ਨੂੰ ਹੋਣਾ ਚਾਹੀਦਾ। ਸੋ ਐਜ਼ ਅ ਸਿੱਖ ਸਾਡੀ ਅਪਰੋਚ, ਅਸੀਂ ਕੋਈ ਐਂਟੀ ਗਨਸ ਨਹੀਂ ਹੈਗੇ, ਪਰ ਅਸੀਂ ਐਂਟੀ ਗਨ ਵਾਇਲੈਂਸ ਜ਼ਰੂਰ ਹੈਗੇ ਹਾਂ। ਇਹ ਚੀਜ਼ ਦੀ ਜਿਹੜੀ ਕਲੈਰਿਟੀ ਹੈ ਉਹ ਸਾਨੂੰ ਆਪਣੀ ਕਮਿਊਨਿਟੀ 'ਚ ਵੀ ਲਿਆਉਣੀ ਪਏਗੀ। ਬਿਲਕੁਲ, ਠੀਕ ਹੈ ਨਾ, ਬਈ ਗਨਸ ਪ੍ਰੋਟੈਕਟ ਕਰਨ ਲਈ ਜੇ ਹੈਗੀਆਂ ਉਦੋਂ ਤੱਕ ਤੇ ਠੀਕ ਹੈ, ਪਰ ਜੇ ਸ਼ੋਸ਼ੇਬਾਜ਼ੀ ਲਈ ਨੇ ਤੇ ਆਪਣੀਆਂ ਪਰਸਨਲ ਦੁਸ਼ਮਣੀਆਂ ਲਈ ਤੁਸੀਂ ਯੂਜ਼ ਕਰਦੇ ਹੋ ਕੋਈ ਇਹੋ ਜਿਹੀ ਚੀਜ਼, ਤੇ ਉਹ ਮਾੜੀ ਗੱਲ ਆ। ਸੋ ਆਈ ਥਿੰਕ ਅਸੀਂ ਸ਼ਸਤਰਾਂ ਤੋਂ ਦੂਰ ਤੇ ਨਹੀਂ ਰਹਿ ਸਕਦੇ ਐਜ਼ ਅ ਸਿੱਖ, ਸਾਡਾ ਅੰਗ ਹੈਗਾ ਸ਼ਸਤਰ ਵੀ, ਬਟ ਸਾਨੂੰ ਇਹ ਜਿਹੜੀ ਸਮਝ ਬੂਝ ਹੈ ਉਹ ਅਮਰੀਕਾ ਦੇ ਐਕਚੁਅਲੀ ਕਰਿਕੂਲਮ ਦੇ ਵਿੱਚ ਵੀ ਹੋਣੀ ਚਾਹੀਦੀ ਹੈ, ਸਕੂਲਾਂ ਦੇ ਵਿੱਚ ਵੀ ਪੜ੍ਹਾਉਣਾ ਚਾਹੀਦਾ। ਠੀਕ ਹੈ। ਸੋ ਇਹ ਇੱਕ ਬੜੀ ਇੰਪੋਰਟੈਂਸ ਹੈ ਵੀ ਜਿਹੜੀ ਅਵੇਅਰਨੈਸ ਹੈ ਉਹ ਲਿਆਉਣੀ ਬੜੀ ਇੰਪੋਰਟੈਂਸ ਹੈ ਵੀ ਇਹ ਗਨਸ ਜੇ ਤੁਹਾਨੂੰ ਅਧਿਕਾਰ ਮਿਲਿਆ ਰੱਖਣ ਦਾ ਅਮਰੀਕਾ ਦੀ ਸਰਕਾਰ ਵੱਲੋਂ, ਤੇ ਇਹਨੂੰ ਅਸਲੇ ਨੂੰ ਤੁਸੀਂ ਰੱਖਣਾ ਕਿੱਦਾਂ,
ਤੁਸੀਂ ਇਹਨੂੰ ਸਟੋਰ ਕਿੱਦਾਂ ਕਰਨਾ, ਕਿਉਂਕਿ ਇਹ ਨਾ ਹੋਏ ਵੀ ਕੋਈ ਪੇਰੈਂਟ ਜਿਹਦੇ ਕੋਲ ਹੈਗੀ ਹੈ ਗਨ ਉਹ ਆਪਣੇ ਸਰਾਣੇ ਦੇ ਨਾਲ ਰੱਖ ਲੈ ਤੇ ਬੱਚਾ ਕੋਈ ਕੁਝ ਕਰ ਲੈ। ਬਿਲਕੁਲ। ਸੋ ਉਹਨੂੰ ਸਟੋਰ ਕਿੱਦਾਂ ਕਰਨਾ ਹੈ, ਉਹਦੀ ਸੇਫਟੀ ਕਿੱਦਾਂ ਰੱਖਣੀ ਹੈ, ਉਹ ਤੁਹਾਨੂੰ ਲੱਗਦਾ ਫਿਰ ਇਸ ਲਈ ਟਾਈਮ ਲੱਗੇਗਾ। ਇਹ ਇੱਕ ਬੜੀ ਇੰਪੋਰਟੈਂਟ ਲਰਨਿੰਗ ਕਰਵ ਹੈ ਜੀ, ਤੇ ਬੜਾ ਵੱਡਾ ਚੈਲੰਜ ਹੈ ਅਮਰੀਕਾ ਲਈ। ਇਹ ਬੜੇ ਵੱਡੇ ਮੁੱਦਿਆਂ ਚੋਂ ਇੱਕ ਮੁੱਦਾ ਹੈਗਾ ਅਮਰੀਕਾ ਦੇ ਲਈ। ਪਰ ਇਸ ਮੁੱਦੇ ਨੂੰ ਕੋਈ ਚੁੱਕਣਾ ਨਹੀਂ ਚਾਹੁੰਦਾ। ਚੁੱਕ ਤਾਂ ਰਹੇ ਨੇ ਲੋਕ, ਪਰ ਇਹਨੂੰ ਇੱਕ ਬੈਲੈਂਸ ਤਰੀਕੇ ਨਾਲ ਮੇਰੇ ਹਿਸਾਬ ਨਾਲ ਐਡਰੈਸ ਨਹੀਂ ਕਰ ਪਾ ਰਹੇ। ਠੀਕ ਹੈ, ਪਰ ਇੱਕ ਆਖਰੀ ਸਵਾਲ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਕਿਉਂਕਿ ਲਗਾਤਾਰ ਗਨ ਵਾਇਲੈਂਸ ਆਪਣੀ ਜਗ੍ਹਾ 'ਤੇ ਹੈ, ਲੇਕਿਨ ਸਿੱਖ ਧਰਮ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਸਿੱਖ ਧਰਮ ਵਿੱਚ ਦਸਤਾਰਧਾਰੀ ਸਿੱਖ ਜਿਹੜੇ ਨੇ ਵੱਡੇ ਮੁਕਾਮ 'ਤੇ ਜਾਂ ਕਹਿ ਲਓ ਕਿ ਕੈਪੀਟਲ ਹਿੱਲ ਤੱਕ ਸਾਨੂੰ ਨਹੀਂ ਪਹੁੰਚਦੇ ਵਿਖਾਈ ਦੇ ਰਹੇ। ਕਾਉਂਸਲ ਮੈਂਬਰ ਤੁਸੀਂ ਜ਼ਰੂਰ ਸਾਡੇ ਸਾਹਮਣੇ ਬੈਠੇ ਹੋ, ਮੇਅਰ ਸਾਨੂੰ ਦਿਖ ਚੁੱਕੇ ਨੇ, ਕਈ ਕਮਿਸ਼ਨਰ ਸਾਨੂੰ ਦਿਖ ਚੁੱਕੇ ਨੇ, ਬਟ ਕੈਪੀਟਲ ਹਿੱਲ ਤੱਕ ਦਸਤਾਰ ਕਦੋਂ ਪਹੁੰਚੇਗੀ? ਸਾਨੂੰ ਕੌਮ ਦੇ ਵਿੱਚ ਇੱਕ ਬੜੀ ਵੱਡੀ ਪੱਧਰ ਤੇ ਪੋਲੀਟੀਕਲ ਅਵੇਅਰਨੈਸ ਦੀ ਲੋੜ ਆ। ਅਸੀਂ ਸਾਰੇ ਲਿਮਿਟਿਡ ਆ ਆਪਣੀਆਂ ਡੇ ਟੂ ਡੇ ਲਾਈਫਸ ਤੱਕ, ਸੋ ਅਸੀਂ ਬਿਗਰ ਪਿਕਚਰ ਦੇਖ ਹੀ ਨਹੀਂ ਪਾ ਰਹੇ। ਪਰ ਮੈਂ ਤੁਸੀਂ ਕਨੈਟੀਕਟ ਦਾ ਐਗਜ਼ਾਮਪਲ ਲਓ, ਜਿੱਥੇ ਚਲੋ ਤੁਹਾਡਾ ਇੱਕ ਸਿੱਖ ਕੋਈ ਇਲੈਕਟਡ ਅਫੀਸ਼ੀਅਲ ਹੈਗਾ ਜੀ, ਤੁਸੀਂ ਦੇਖੋ ਕਿੰਨੇ ਵੱਡੇ ਪੱਧਰ ਦੇ ਉੱਤੇ ਤੁਹਾਨੂੰ ਰੈਕੋਗਨੀਸ਼ਨ ਮਿਲੀ। ਅਜੇ ਸਿਰਫ ਸਿਟੀ ਕਾਉਂਸਲ ਜਾਂ ਬੋਰਡ ਆਫ ਐਜੂਕੇਸ਼ਨ ਜਾਂ ਇੱਕ ਇਲੈਕਟਡ ਛੋਟੀ ਪੋਜੀਸ਼ਨ ਹੈ ਜੀ, ਪਰ ਤੁਹਾਡਾ ਕੋਈ ਵੀ ਮਸਲਾ ਅੱਖੋਂ ਓਲੇ ਨਹੀਂ ਹੁੰਦਾ। ਤੁਹਾਨੂੰ ਹਰ ਚੀਜ਼ ਦੇ ਵਿੱਚ ਤੁਹਾਨੂੰ ਕਹਿ ਲਓ ਵੀ ਜਗ੍ਹਾ ਮਿਲਦੀ ਹੈ ਤੁਹਾਡੀ ਗੱਲ ਕਰਨ ਦੇ ਲਈ, ਤੁਹਾਡੇ ਨੈਰੇਟਿਵ ਨੂੰ ਜਗ੍ਹਾ ਮਿਲੀ ਜੀ, ਤੁਹਾਡੇ ਇਤਿਹਾਸ ਨੂੰ ਜਗ੍ਹਾ ਮਿਲੀ ਜੀ। ਜਿਹੜੇ ਇਤਿਹਾਸ ਨੂੰ ਲੋਕੀ ਡਰਦੇ ਨੇ ਗੱਲ ਕਰਨ ਲਈ, ਉਹ ਵੀ ਦਿਨ ਤੁਹਾਡੇ ਇੱਥੇ ਰੈਕੋਗਨਾਈਜ਼ ਹੋਏ ਪ੍ਰੋਪਰ ਤਰੀਕੇ ਨਾਲ। ਸੋ ਗੱਲ ਹੈ ਵੀ ਇਹ ਜਿਹੜੀ ਪੋਲੀਟੀਕਲ ਅਵੇਅਰਨੈਸ ਹੈ, ਇਹ ਕਮਿਊਨਿਟੀ ਦੇ ਵਿੱਚ ਆਉਣੀ ਬੜੀ ਜ਼ਰੂਰੀ ਹੈ, ਕਿਉਂਕਿ ਇਹ ਇੱਕ ਨੀਡ ਬਣ ਚੁੱਕੀ ਹੈ ਅੱਜ ਦੀ ਡੇਟ ਦੇ ਵਿੱਚ ਜੀ। ਜੇ ਤੁਸੀਂ ਆਪਣੀ ਆਈਡੈਂਟਿਟੀ ਨੂੰ ਅਮਰੀਕਾ ਦੇ ਵਿੱਚ ਬਚਾਉਣਾ ਤੇ ਤੁਹਾਨੂੰ ਆਪਣੇ ਬੰਦੇ ਫੈਡਰਲ ਲੈਵਲ ਤੇ ਲੈ ਕੇ ਜਾਣੇ ਪੈਣਗੇ। ਤੁਹਾਨੂੰ ਉਹ ਬੱਚੇ ਜਿਨ੍ਹਾਂ ਦਾ ਇੰਟਰਸਟ ਹੈਗਾ ਪਬਲਿਕ ਸਰਵਿਸ ਦੇ ਵਿੱਚ, ਉਹਨਾਂ ਦੀ ਹੈਲਪ ਕਰਨੀ ਪਏਗੀ, ਕਿਉਂਕਿ ਇਹਦੇ ਬੜੀ ਮਿਹਨਤ ਲੱਗਦੀ ਹੈ। ਈਵਨ ਕਿ ਜੇ ਬੋਰਡ ਆਫ ਐਜੂਕੇਸ਼ਨ ਦੀ ਇਲੈਕਸ਼ਨ ਤੁਸੀਂ ਜਿੱਤਣੀ ਹੈ, ਉਹਦੇ 'ਚ ਵੀ ਬੜੀ ਮਿਹਨਤ ਆ, ਉਹਦੇ 'ਚ ਵੀ ਬੜੇ ਰਿਸੋਰਸਿਸ ਲੱਗਦੇ ਨੇ। ਜੇ ਸਿਟੀ ਕਾਉਂਸਲ ਦੀ ਲੜਨੀ ਹੈ, ਫਿਰ ਹੋਰ ਰਿਸੋਰਸਿਸ ਲੱਗਦੇ ਨੇ। ਜੇ ਤੁਸੀਂ ਸਟੇਟ ਲੈਵਲ ਤੇ ਇਲੈਕਸ਼ਨ ਲੜਨੀ ਹੈ, ਹੋਰ ਰਿਸੋਰਸਿਸ ਲੱਗਦੇ ਨੇ। ਰਾਈਟ। ਸੋ ਗੱਲ ਹੈ ਵੀ ਜਿਹੜੇ ਆਪਣੇ ਰਿਸੋਰਸਿਸ ਨੇ, ਸਾਨੂੰ ਜੇ ਮੀਰੀ ਪੀਰੀ ਦਾ ਸਿਧਾਂਤ ਮਿਲਿਆ ਗੁਰੂ ਸਾਹਿਬ ਵੱਲੋਂ, ਸੋ ਅਸੀਂ ਉਹਨੂੰ ਫੋਲੋ ਕਰੀਏ। ਅਸੀਂ ਪੋਲੀਟੀਕਲ ਜਿਹੜੀ ਸਾਡੀਆਂ ਅਵੇਅਰਨੈਸ ਨੂੰ ਅਸੀਂ ਇਗਨੋਰ ਨਾ ਕਰੀਏ, ਸਾਨੂੰ ਇਹ ਵੀ ਚਾਹੀਦੀ ਹੈ। ਤੁਹਾਨੂੰ ਲੱਗਦਾ ਕਿ ਪ੍ਰੋਬਲਮ ਇਹ ਵੀ ਹੈਗੀ ਹੈ ਕਿਉਂਕਿ ਘਰਾਂ ਵਿੱਚ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਬੇਟਾ ਤੁਸੀਂ ਸਪੋਰਟਸ ਇੰਡਸਟਰੀ ਚਲੇ ਜਾਓ, ਲਾਇਰ ਬਣ ਜਾਓ, ਡਾਕਟਰ ਬਣ ਜਾਓ, ਇੰਜੀਨੀਅਰ ਬਣ ਜਾਓ, ਕੁਛ ਵੀ ਬਣ ਜਾਓ, ਪਰ ਬੱਚਿਆਂ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਪੋਲੀਟੀਸ਼ੀਅਨ ਬਣ ਜਾਓ। ਉਹਦੇ ਪਿੱਛੇ ਦੇਖੋ ਇੱਕ ਇਹ ਵੀ ਕਾਰਨ ਹੈ ਵੀ ਜਿਹੜਾ ਜੇ ਤੁਸੀਂ ਫਾਈਨੈਂਸ਼ੀਅਲ ਪ੍ਰੋਸਪੈਕਟਿਵ ਨਾਲ ਦੇਖੋ ਤਾਂ ਪਬਲਿਕ ਸਰਵਿਸ ਇੱਥੇ ਜਿਹੜੀ ਹੈਗੀ ਹੈ ਉਹ ਸਹੀ ਮਾਇਨੇ 'ਚ ਪਬਲਿਕ ਸਰਵਿਸ ਹੀ ਹੈ। ਠੀਕ ਹੈ ਨਾ? ਰਾਈਟ। ਸੋ ਇੱਥੇ ਜਿਹੜੇ ਤਨਖਾਹਾਂ ਉਸ ਲੈਵਲ ਦੀਆਂ ਨਹੀਂ ਮਿਲਦੀਆਂ ਤੇ ਨਾ ਹੀ ਇੱਥੇ ਕਰਪਸ਼ਨ ਹੈ ਜਿਵੇਂ ਇੰਡੀਆ ਦੇ ਵਿੱਚ ਹੁਣ ਗੱਲਾਂ ਸਾਹਮਣੇ ਆਉਂਦੀਆਂ। ਠੀਕ ਹੈ ਨਾ? ਸੋ ਇਹ ਡਿਫਰੈਂਸ ਹੈ। ਇੱਥੇ ਪਬਲਿਕ ਸਰਵਿਸ ਵਿੱਚ ਉਹੀ ਆਉਂਦਾ ਜਿਹਨੇ ਸੀਰੀਅਸਲੀ ਕੋਈ ਕੰਮ ਕਰਨਾ ਆਪਣੇ ਇਲਾਕੇ ਨੂੰ ਸੁਧਾਰਨ ਦਾ, ਆਪਣੇ ਦੇਸ਼ ਨੂੰ ਸੁਧਾਰਨ ਦਾ, ਆਪਣੀ ਸਟੇਟ ਨੂੰ ਸੁਧਾਰਨ ਦਾ। ਹਾਂ, ਬਟ ਜੇ ਤੁਸੀਂ ਸਟੇਟ ਸੈਨੇਟਰ ਨੂੰ ਤੇ ਜ਼ਿਆਦਾ ਨਹੀਂ ਇੱਥੇ ਮਿਲਦੇ, ਉਹ ਵੀ ਡਿਪੈਂਡ ਕਰਦਾ ਸਟੇਟ ਟੂ ਸਟੇਟ। ਕਨੈਟੀਕਟ ਦੇ ਵਿੱਚ ਜ਼ਿਆਦਾ ਪੇ ਗ੍ਰੇਡਸ ਨਹੀਂ ਹੈਗੇ ਪੋਜੀਸ਼ਨਸ ਦੇ, ਬਟ ਜੇ ਤੁਸੀਂ ਫੈਡਰਲ ਲੈਵਲ ਤੇ ਕਾਂਗਰਸਮੈਨ ਬਣਦੇ ਹੋ ਜਾਂ ਫੈਡਰਲ ਲੈਵਲ ਤੇ ਤੁਸੀਂ ਸੈਨੇਟਰ ਬਣਦੇ ਹੋ, ਆਈ ਥਿੰਕ ਯੂ ਕੈਨ ਈਜ਼ਲੀ ਪੇ ਯੋਰ ਬਿਲਸ। ਠੀਕ ਹੈ ਨਾ? ਸੋ ਅਫਕੋਰਸ ਇੱਕ ਪੈਂਡਾ ਹੈਗਾ, ਪਰ ਮੈਂ ਚਾਹਾਂਗਾ ਵੀ ਜਿਹੜੇ ਸਾਡੇ ਪਰਿਵਾਰ ਸੌਖੇ ਨੇ ਉਹਨਾਂ ਨੂੰ ਤਾਂ ਚਾਹੀਦਾ ਵੀ ਬੱਚਿਆਂ ਨੂੰ ਪਬਲਿਕ ਸਰਵਿਸ ਦੇ ਵਿੱਚ ਭੇਜਣ। ਹੋਰ ਕੁਝ ਨਹੀਂ ਤਾਂ ਇੰਟਰਨਸ਼ਿਪਸ ਹੀ ਕਰਾ ਲੈਣ ਆਪਣੇ ਸੈਨੇਟਰਸ ਦੇ ਥੱਲੇ। ਜੀ ਜੀ। ਸੋ ਇਹ ਜਿਹੜੀ ਬੜੀ ਇੱਕ ਇੰਪੋਰਟੈਂਟ ਚੀਜ਼ ਹੈ, ਕਿਉਂਕਿ ਜਦ ਤੱਕ ਤੁਸੀਂ ਪਾਲਿਸੀ ਮੇਕਿੰਗ ਵਿੱਚ ਨਹੀਂ ਹੋ, ਯੂ ਆਰ ਨੋਵੇਅਰ। ਬਿਲਕੁਲ ਬਿਲਕੁਲ, ਤੁਸੀਂ ਠੀਕ ਹੈ। ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਬਹੁਤ ਸਾਰੀਆਂ ਗੱਲਾਂ ਦਾ ਤੁਸੀਂ ਬੇਬਾਕ ਤਰੀਕੇ ਨਾਲ ਜਵਾਬ ਦਿੱਤਾ ਹੈਗਾ, ਔਰ ਬਹੁਤ ਬਹੁਤ ਇੱਕ ਵਾਰ ਫਿਰ ਤੋਂ ਮੁਬਾਰਕਾਂ ਔਰ ਬੈਸਟ ਆਫ ਲੱਕ ਫॉर योर ਕੁਇਕ ਵਿੱਚ ਜੋ ਤੁਸੀਂ ਕੰਮ ਕਰੋਗੇ ਸਾਡੇ ਲਈ ਵੀ ਔਰ ਵੱਖ-ਵੱਖ ਕਮਿਊਨਿਟੀਜ਼ ਲਈ ਵੀ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਹ ਸਨ ਸਰਦਾਰ ਸਵਰਨਜੀਤ ਸਿੰਘ ਖਾਲਸਾ ਜੀ, ਜੋ ਕਿ ਕਨੈਕਟੀਕਟ ਵਿੱਚ ਨਾਰਵਿਚ ਜਿਹੜਾ ਸ਼ਹਿਰ ਹੈ ਉੱਥੇ ਕਾਉਂਸਲ ਮੈਂਬਰ ਦੇ ਤੌਰ ਤੇ ਅੱਜ ਸੇਵਾਵਾਂ ਨਿਭਾ ਰਹੇ ਨੇ।
ਸੋ ਇਹਨਾਂ ਨਾਲ ਅੱਜ ਦਾ ਸਫ਼ਰ ਬਹੁਤ ਵਧੀਆ ਰਿਹਾ ਕਿਉਂਕਿ ਬਹੁਤ ਗੱਲਾਂ ਇਹਨਾਂ ਤੋਂ ਜਾਣਨ ਦੀ ਅਸੀਂ ਕੋਸ਼ਿਸ਼ ਕੀਤੀਆਂ ਨੇ। ਪਰ ਅਗਲੇ ਹਫਤੇ ਇੱਕ ਹੋਰ ਸ਼ਖਸ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਮੈਨੂੰ ਯਾਨੀ ਭਲਿੰਦਰ ਸਿੰਘ ਵਿਰਮਾਨੀ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵੀ ਮੀਡੀਆ ਦੇ ਨਾਲ। ਧੰਨਵਾਦ। Thank you.